ਓੰਕਾਰ ਸਤਿਗੁਰ ਪ੍ਰਸਾਦ। ਅਮੇ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਗਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰੈ ਹੋਵੈ। ਗੁਰ ਨਵਨਿਤ ਦਰਿਆਓ ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪਹਿਲਾ ਕਾਫੀ ਘਰ ਦਸਵਾਂ। ਇਕ ਓੰਕਾਰ ਸਤਿਗੁਰ ਪ੍ਰਸਾਦ। ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਮਨ ਤਨ ਹੋਏ ਚੁਲਮ ਜੇ ਸਤਿਗੁਰ ਪਾਇਆ। ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਮਨ ਤਨ ਹੋਏ ਚੁਲੰਭ ਜੇ ਸਤਿਗੁਰ ਪਾਇਆ। ਚੱਲੈ ਜਨਮ ਸਵਾਰ ਵਖਰ ਸਚ ਲੈ। ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪਹਿ ਰਹਾ। ਮਨ ਤਨ ਸਚ ਸਲਾਹ ਸਾਚੇ ਮਨ ਪਾਇਆ। ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ। ਹਉ ਜੀਵਾਂ ਗੁਣਸਾਰ ਅੰਤਰ ਤੂੰ ਵਸੈ। ਤੂੰ ਵਸੈ ਮਨ ਮਾਹਿ ਸਹਜੇ ਰਸ ਰਸੈ। ਮੂਰਖ ਮਨ ਸਮਝਾਏ ਆਖੋਂ ਕੇਤੜਾ। ਗੁਰਮੁਖ ਹਰ ਗੁਣ ਗਾਏ ਰੰਗ ਰੰਗੀਤੜਾ। ਨਿਤ ਨਿਤ ਹਿਰਦੈ ਸੰਭਾਲ ਪ੍ਰੀਤਮ ਆਪਣਾ। ਜੇ ਚੱਲਹਿ ਗੁਣ ਨਾਲ ਨਾਹੀ ਦੁਖ ਸੰਤਾਪਣਾ। ਮਨ ਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ। ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ। ਗੁਰ ਕੀ ਕਾਰ ਕਮਾਏ ਲਾਹਾ ਕਰ ਆਣਿਆ। ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ। ਇਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ। ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ। ਇਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ। ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ।
ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼ ਕੱਲ੍ਹ ਦੀ ਸ਼ਾਮ ਅਸੀਂ ਸਤਸੰਗਤ ਮਾਣ ਰਹੇ ਹਾਂ। ਗੁਰਦਰਬਾਰ ਸ਼ਾਮਾਂ ਦੇ ਦੀਵਾਨ ਵਿੱਚ ਅਜੇ ਹੁਣੇ ਗੁਰਬਾਣੀ ਕੀਰਤਨ ਰਾਗੀ ਵੀਰ ਸਾਨੂੰ ਸਰਵਨ ਕਰਵਾ ਰਹੇ ਸੀ। ਅਗਲੇਰੇ ਸਮੇਂ ਦੇ ਵਿੱਚ ਗੁਰੂ ਸ਼ਬਦ ਵਿਆਖਿਆ ਨਾਲ ਅਸੀਂ ਸਾਂਝ ਪਾਵਾਂਗੇ। ਇਸ ਗੋਚਰੇ ਜੋ ਲੜੀਵਾਰ ਗੁਰਬਾਣੀ ਵਿਚਾਰ ਹੋ ਰਹੀ ਹੈ, ਜਿਸ ਅੰਦਰ ਸੂਹੀ ਰਾਗ ਚੱਲ ਰਿਹਾ ਹੈ, ਆਪ ਜੀ ਨੇ ਇਸ ਰਾਗ ਦਾ ਅਗਲੇਰਾ ਬਚਨ ਜੋ ਕਿ ਅਸ਼ਟਪਦੀਆਂ ਦਾ ਬਚਨ ਹੈ ਸਰਵਨ ਕੀਤਾ ਹੈ। ਇਸ ਸ਼ਬਦ ਦਾ ਜਿਹੜਾ ਸਮੁੱਚਾ ਸਿਰਨਾਮਾ ਆ, ਸੂਹੀ ਮਹਲਾ ਪਹਿਲਾ ਕਾਫੀ ਘਰ ਦਸਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਗ ਸੂਹੀ ਵਿੱਚ ਗੁਰੂ ਨਾਨਕ ਸਾਹਿਬ ਪਹਿਲੇ ਜਾਮੇ ਦੇ ਅੰਦਰ ਇਸ ਬਚਨ ਨੂੰ ਉਚਾਰ ਰਹੇ ਨੇ। ਕਾਫੀ ਇਸ ਬਾਬਤ ਜੋ ਸਾਡੇ ਬੜੇ ਦਾਨੀ ਦਾਨਿਸ਼ਮੰਦ, ਜਿਹਨਾਂ ਨੂੰ ਕਹਿ ਲਓ ਕਿ ਹਾਈਲੀ ਇੰਟਲੈਕਚੁਅਲ ਪੀਪਲ ਕਮਿੰਗ ਫਰਮ ਗੁਰਮਤਿ ਸਕੂਲ, ਦੇ ਆਰ ਸੇਇੰਗ ਕਾਫੀ ਦਾ ਮਤਲਬ ਇੱਕ ਤਾਂ ਹੈਗਾ ਰਾਗ, ਇੱਕ ਖਾਸ ਗਾਇਨ ਕਲਾ ਹੈ। ਦੂਸਰਾ ਇਹਦੇ ਵਿੱਚ ਇੱਕ ਲਿਖਾਵਟ ਦੀ ਪੱਧਤੀ ਵੀ ਹੈ, ਜਿਵੇਂ ਸੂਫੀਆਂ ਦੀਆਂ ਬਹੁਤ ਸਾਰੀਆਂ ਕਾਫੀਆਂ ਮਸ਼ਹੂਰ ਨੇ ਇਸ ਬਾਬਤ। ਤੁਸੀਂ ਸੁਲਤਾਨ ਬਾਹੂ ਦੀ, ਹਾਸ਼ਿਮ ਦੀ ਜਾਂ ਬੁੱਲੇ ਸ਼ਾਹ ਦੀ ਬਹੁਤ ਸਾਰੀਆਂ ਕਾਫੀਆਂ ਅਕਸਰ ਸਰਵਨ ਕਰਦੇ ਹੋ। ਮੂੰਹ ਆਈ ਬਾਤ ਨਾ ਰਹਿੰਦੀ ਹੈ, ਸੱਚ ਆਖਾਂ ਭਾਂਬੜ ਬਚਦਾ ਹੈ, ਝੂਠ ਆਖਾਂ ਕੁਛ ਨਾ ਬਚਦਾ ਹੈ, ਦਿਲ ਦੋਹਾਂ ਗੱਲਾਂ ਤੋਂ ਜੱਚਦਾ ਹੈ, ਜੱਚ ਕੇ ਜੀਵਾ ਕਹਿੰਦੀ ਹੈ, ਮੂੰਹ ਆਈ ਬਾਤ ਨਾ ਰਹਿੰਦੀ ਹੈ। ਇਸ ਤਰੀਕੇ ਨਾਲ ਇਸ ਕਿਸਮ ਦੀਆਂ ਕਾਫੀ ਸੋ ਇਹ ਦੋ ਰੂਪ ਨੇ। ਇੱਕ ਗਾਇਨ ਪੱਧਤੀ ਹੈ, ਭਾਈ ਕਾਹਨ ਸਿੰਘ ਨਾਭਾ ਨੇ ਪ੍ਰੋਪਰ ਉਹਦਾ ਜਿਹੜਾ ਹੈਗਾ ਆਰੋਹੀ ਅਤੇ ਅਵਰੋਹੀ, ਜਿਵੇਂ ਉਹਦੀ ਨੋਟੇਸ਼ਨ ਹੁੰਦੀ ਉਸ ਤਰੀਕੇ ਨਾਲ ਪੂਰਾ ਐਕਸਪਲੇਨ ਕੀਤਾ ਮਹਾਨ ਕੋਸ਼ ਦੇ ਵਿੱਚ। ਦੂਸਰਾ ਕੁਝ ਟੀਕੇਕਾਰਾਂ ਨੇ ਕਾਫੀ ਦੇ ਲਿਖਾਵਟ ਪੱਧਤੀ ਵਿੱਚ ਵੀ ਕਿਹਾ ਹੈ। ਕਾਫੀ ਦਾ ਆਪਣੇ ਆਪ ਦੇ ਵਿੱਚ ਮਾਇਨਾ ਜਿਹੜਾ ਸ਼ਬਦ ਕੋਸ਼ਾਂ 'ਚ ਮਿਲਦਾ ਉਹ ਹੈਗਾ ਐਜ਼ ਏ ਫੋਲੋਵਰ, ਡਿਸਾਈਪਲ। ਉਹਦਾ ਮਤਲਬ ਹੁੰਦਾ ਹੈ ਕਿਸੇ ਦੇ ਕਾਫਤ, ਕਿਸੇ ਦੇ ਮਗਰ ਲੱਗਣ ਵਾਲਾ। ਜਦੋਂ ਸੂਫੀਆਂ ਦੀਆਂ ਕਾਫੀਆਂ ਗਾਈਆਂ ਜਾਂਦੀਆਂ ਨੇ, ਜਿਵੇਂ ਤੁਸੀਂ ਕਈ ਵਾਰੀ ਦੇਖਦੇ ਹੋ ਜੋਟੀਆਂ ਦੇ ਵਿੱਚ ਬਣਾ ਕੇ ਕੁਝ ਪੰਕਤੀਆਂ ਰਿਸਾਈਟ ਕਰਨੀਆਂ, ਮਤਲਬ ਇੱਕ ਸ਼ਖਸ ਇੱਕ ਲਾਈਨ ਬੋਲਦਾ ਆ, ਉਸ ਨੂੰ ਪਿੱਛੇ ਕੁਝ ਉਹਦੇ ਫੋਲੋਵਰ ਬੋਲਦੇ ਨੇ, ਫਿਰ ਕੀ ਕਰਦਾ ਉਹ ਦੋ ਤਿੰਨ ਲਾਈਨਾਂ ਹੋਰ ਮੀਨਿੰਗਫੁਲ ਬੋਲ ਕੇ ਫਿਰ ਉਹੀ ਲਾਈਨ ਬੋਲਦਾ ਹੈ। ਫਿਰ ਉਸ ਤੋਂ ਬਾਅਦ ਉਹਦੇ ਡਿਸਾਈਪਲਸ ਜਿਹੜੇ ਨੇ, ਉਹਦੇ ਫੋਲੋਵਰ ਜਿਹੜੇ ਨੇ, ਫਿਰ ਉਹ ਲਾਈਨ ਦੁਹਰਾਉਂਦੇ ਨੇ। ਸੋ ਤੁਸੀਂ ਜਿੰਨੀਆਂ ਸੂਫੀ ਕਾਫੀਜ਼ ਦੇਖੋਗੇ ਉਹਨਾਂ ਸਭ ਦੇ ਵਿੱਚ ਇਹ ਡਿਸਿਪਲਿਨ ਮਿਲੇਗਾ ਤੁਹਾਨੂੰ ਇਸ ਰੂਪ ਦੇ ਵਿੱਚ। ਸੋ ਕਹਿੰਦੇ ਇਹਦਾ ਮਤਲਬ ਇੱਕ ਇਹ ਵੀ ਹੁੰਦਾ ਹੈ, ਇਸ ਕਿਸਮ ਦੇ ਨਾਲ ਵੀ ਇਹ ਚੀਜ਼ ਜਿਹੜੀ ਹੈ ਸਾਂਝ ਰੱਖਦੀ ਹੈ। ਕੁਝ ਵੀ ਹੋਏ, ਭਾਵੇਂ ਸੰਗੀਤ ਨਾਲ ਸੰਬੰਧ ਹੈ ਅਤੇ ਭਾਵੇਂ ਲਿਖਾਵਟ ਨਾਲ ਸੰਬੰਧ ਹੈ, ਗੁਰੂ ਗ੍ਰੰਥ ਸਾਹਿਬ ਜੋ ਕਿ ਇੱਕ ਸਪਿਰਿਚੁਅਲਿਟੀ ਦੇ ਬਿਲਕੁਲ ਹਾਇਰ ਤੋਂ ਹਾਇਰ ਥ੍ਰੈਸ਼ਹੋਲਡ ਨੂੰ ਟੱਚ ਕਰਦਾ ਹਰ ਲੈਵਲ 'ਤੇ। ਜਦੋਂ ਅਸੀਂ ਮਿਊਜ਼ੀਕਲ ਅਤੇ ਲੈਂਗੁਇਸਟਿਕ ਅਤੇ ਪੋਇਟਿਕ ਸਾਈਡ ਤੋਂ ਵੀ ਦੇਖਦੇ ਹਾਂ, ਮਤਲਬ ਜਿਤਨੀ ਡਾਈਵਰਸਡ ਪਿਕਚਰ ਬਣਦੀ ਹੈ, ਬੰਦਾ ਅਮੇਜ਼ਡ ਹੋ ਜਾਂਦਾ ਹੈ। ਮੈਂ ਵਿਸ਼ ਕਰਦਾ, ਮੇਰੀ ਇਹ ਚਾਹਤ ਹੋਏਗੀ ਕਿ ਸਾਡੇ ਬੱਚੇ ਖਾਸ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਇਫ ਦੇ ਗੋ ਵੈਰੀ ਫਾਰ ਇਨ ਦੇਅਰ ਸਟੱਡੀਜ਼, ਸਪੈਸ਼ਲੀ ਇਨ ਲਿਟਰੇਚਰ ਸਾਈਡ, ਐਂਡ ਡੈਫੀਨੇਟਲੀ ਜਦੋਂ ਸਾਰਾ ਕੁਝ ਪੜ੍ਹ ਕੇ, ਦੁਨੀਆ ਭਰ ਦਾ ਲਿਟਰੇਚਰ ਪੜ੍ਹ ਕੇ, ਭਾਵੇਂ ਉਹ ਸੂਫੀ ਸਾਹਿਤ ਹੈ, ਭਾਵੇਂ ਉਹ ਬਾਰਬੇਰੀਅਨ ਹੈਗਾ, ਭਾਵੇਂ ਉਹ ਬਿਬਲੀਕਲ ਹੈਗਾ, ਭਾਵੇਂ ਪ੍ਰੀ ਬਿਬਲੀਕਲ ਹੈਗਾ, ਗ੍ਰੀਕ ਐਕਸ ਐਨੀਵੇਅਰ, ਜਦੋਂ ਸਾਰੇ ਦੇ ਵਿੱਚ ਕੰਪੈਰੇਟਿਵ ਲੈਵਲ 'ਤੇ, ਕੰਪੇਅਰ ਐਂਡ ਕੰਟਰਾਸਟ ਲੈਵਲ 'ਤੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਨੂੰ ਦੇਖਣਗੇ, ਦੈਨ ਡੈਫੀਨੇਟਲੀ ਦੇ ਗੋਨਾ ਗੈਟ ਅਮੇਜ਼ਡ ਵੀ ਇਹੋ ਜਿਹੀ ਚੀਜ਼ ਮਿਡੀਵਲ ਪੀਰੀਅਡ ਦੇ ਵਿੱਚ ਇਸਨੇ 650 ਸਾਲ ਸਮੇਂ ਦੇ ਵਿੱਚ ਇਸ ਤਰੀਕੇ ਨਾਲ ਇਵੋਲਵ ਹੋਈ ਹੈ। ਟੋਟਲੀ ਸਪਿਰਿਚੁਅਲ, ਟੋਟਲੀ ਮਿਊਜ਼ੀਕਲ, ਟੋਟਲੀ ਇਸਨੇ ਹਾਇਰ ਲੈਵਲ 'ਤੇ ਸਭ ਚੀਜ਼ਾਂ ਪਈਆਂ ਨੇ। ਸੋ ਇਹ ਵੀ ਇੱਕ ਅਮੇਜ਼ਡ ਕਰ ਦੇਣ ਵਾਲੀ ਚੀਜ਼ ਹੈ। ਮੈਂ ਬੱਚਿਆਂ ਨੂੰ, ਮੈਨੂੰ ਯਾਦ ਹੈ ਕੁਝ ਯੂਨੀਵਰਸਿਟੀ ਸਾਈਡ ਦੇ ਬੱਚੇ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ, ਅਤੇ ਉਹਨਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਕੰਟੈਂਟ ਅਸੀਂ ਡਿਸਕਸ ਕਰਦੇ ਸੀਗੇ। ਨੋਟ ਗੁਰੂ ਗ੍ਰੰਥ ਸਾਹਿਬ ਐਕਚੁਅਲੀ ਡਾਇਰੈਕਟ ਮੈਸੇजेस, ਟੀਚਿੰਗਸ ਔਰ ਗੁਰਬਾਣੀ's ਕੰਟੈਕਸਟ, ਨੋ ਜਸਟ ਕੰਟੈਂਟ, ਇਹਦੀ ਪ੍ਰੈਜੈਂਟੇਸ਼ਨ ਕਿਵੇਂ ਹੈਗੀ ਹੈ। ਉਹ ਸਾਰੇ ਨੂੰ ਵੇਖ ਕੇ ਬੱਚੇ ਅਮੇਜ਼ਡ ਹੋ ਜਾਂਦੇ ਸੀਗੇ ਕਿ ਵਾਟ ਆਰ
क्या कमाल ਦੀ ਪ੍ਰੈਜੈਂਟੇਸ਼ਨ ਦਿੱਤੀ ਗਈ ਹੈ, ਕਿਵੇਂ ਇਸ ਨੂੰ ਜਿਹੜਾ ਹੈਗਾ ਸ਼ਬਦਬੱਧ ਕੀਤਾ ਗਿਆ, ਕਿਵੇਂ ਇਹਨੂੰ ਵੱਖਰੀਆਂ ਵੱਖਰੀਆਂ ਵਣਗੀਆਂ ਦੇ ਕਿਸ ਵੈਰਾਈਟੀਫੁਲ ਵੇ ਦੇ ਨਾਲ ਕਿਤਨਾ ਵੈਰੀਏਬਲ ਇਹਦੇ 'ਚ ਸਾਰੇ ਦਾ ਸਾਰਾ ਰੰਗ ਪਿਆ ਹੈਗਾ। ਕਿਤੇ ਬਿਲਕੁਲ ਕੋਈ ਚੀਜ਼ ਐਸੀ ਆ ਰਹੀ ਹੈ ਜਿੱਥੇ ਕੋਈ ਮਿਊਜ਼ੀਕਲ ਟਾਈਟਲ ਨਹੀਂ ਗਾ, ਜਿਵੇਂ ਸ਼ਲੋਕ ਨੇ, ਕੋਈ ਰਚਨਾ ਐਸੀ ਆ ਰਹੀ ਹੈ ਜਿਹਦੇ ਉੱਤੇ ਮਲਟੀਪਲ ਟਾਈਟਲਸ ਆ ਰਹੇ ਨੇ, ਜਿਵੇਂ ਆਹੀ ਹੈ। ਕਾਫੀ ਵਿੱਚ ਵੀ ਗਾ ਸਕਦੇ ਹੋ, ਸੂਫੀ ਵਿੱਚ ਵੀ ਗਾ ਸਕਦੇ ਹੋ, ਕਿਤੇ ਬਸੰਤ ਹਿੰਡੋਲ, ਕਿਤੇ ਬਸੰਤ 'ਚ ਵੀ ਗਾ ਸਕਦੇ ਹੋ, ਹਿੰਡੋਲ 'ਚ ਵੀ ਗਾ ਸਕਦੇ ਹੋ। ਕਿਤੇ ਇੱਕੋ ਰਾਗ ਆ ਗੌੜੀ, ਕਿਤੇ ਪੂਰਬੀ ਹੋ ਜਾਂਦੀ, ਕਿਤੇ ਗੁਆਰਰੀ ਹੋ ਜਾਂਦੀ, ਕਿਤੇ ਦੀਪਕੀ ਹੋ ਜਾਂਦੀ। ਤੁਸੀਂ ਦੇਖੋ ਵਰਾਇਟੀ ਕਿਸ ਤਰੀਕੇ ਨਾਲ ਚੱਲ ਰਹੀ ਉਹਦੀ। ਸੋ ਇਹ ਸਾਰੇ ਰੂਪ ਨੂੰ ਵੇਖ ਕੇ ਬੰਦਾ ਅਮੇਜ਼ਡ ਹੋ ਜਾਂਦਾ। ਸੋ ਇਹ ਵੀ ਇੱਕ ਇਸ ਗੁਰੂ ਗ੍ਰੰਥ ਸਾਹਿਬ ਦੀ ਜੋ ਗਲੋਰੀ ਹੈ, ਇਸ ਟਾਈਟਲ ਤੋਂ ਸਾਨੂੰ ਪਤਾ ਲੱਗ ਰਿਹਾ ਹੈ ਕਿ ਸੂਹੀ ਮਹੱਲਾ ਪਹਿਲਾ, ਕਾਫੀ, ਘਰ ਦਸਵਾਂ। ਫਿਰ ਇਹ ਹਿਦਾਇਤੀ ਸੰਕੇਤ ਨੇ ਰਾਗੀ ਸਾਹਿਬਾਨ ਵਾਸਤੇ ਕਿ ਇਸ ਨੂੰ ਥਾਪ ਦੇ ਵਾਸਤੇ 10ਵੇਂ ਘਰ ਦੇ ਵਿੱਚ ਗਾਉਣਾ ਆ। ਉਸ ਕਿਸਮ ਦੀ ਬਾਤ ਆ ਰਹੀ ਹੈ। ਅੱਜ ਕੱਲ੍ਹ ਇੱਕ ਕੁਝ ਲੋਕ ਇਸ ਕਿਸਮ ਦੀ ਗੱਲ ਕਰ ਰਹੇ ਨੇ, ਸ਼ਾਇਦ ਘਰ ਦਾ ਸੰਬੰਧ ਪੌਜ਼ ਜਾਂ ਸੈਮੀ ਪੌਜ਼ ਦੇ ਨਾਲ ਹੈ। I have actually read few things from that side, but that doesn't appeal to me at all. ਮੈਨੂੰ ਲੱਗਾ ਕਿ ਕਿਸੇ ਨੇ ਇਸ ਤਰੀਕੇ ਨਾਲ ਆਪਣੇ ਬਸ ਦਿਮਾਗ ਦੇ ਵਿੱਚੋਂ ਕੁਛ ਕਾੜਤ ਕੱਢ ਕੇ ਤੋਂ ਚੀਜ਼ ਲਿਆਂਦੀ ਹੈ। ਐਸਾ ਕੁਝ ਨਹੀਂ ਹੈਗਾ। ਘਰ ਦਾ ਸੰਬੰਧ ਸਿੱਧੇ ਤੌਰ 'ਤੇ ਗਾਇਨ ਕਲਾ ਦੇ ਨਾਲ ਲੱਗਦਾ ਆ। ਇਹਦਾ ਸਿਰਫ ਉਹਨੂੰ ਰੀਡ ਕਰਨ ਦੇ ਨਾਲ ਤੇ ਉਹਦੇ ਪੌਜ਼ ਜਾਂ ਸੈਮੀ ਪੌਜ਼ ਦੇ ਨਾਲ ਸੰਬੰਧ ਨਹੀਂ ਹੈਗਾ। ਅੱਗੇ ਇਸ਼ਟ ਦਾ ਮੰਗਲ ਹੈ। ਮੂਲ ਮੰਤਰ ਦਾ ਸੰਕਸ਼ਿਪਤ ਸਵਰੂਪ ਇੱਕ ਓਂਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਜੋ ਇੱਕ ਹੈ ਕਿਸ ਰੂਪ ਵਿੱਚ ਹੈ? ਉਹ ਓਂਕਾਰ ਅਵਿਥ ਇੱਕ ਰਸ ਲਗਾਤਾਰਤਾ ਨਾਲ ਵਿਆਪ ਰਿਹਾ। ਨਿਰਗੁਣ ਸਰੂਪ ਆਬ ਖਾਕ ਧਰਤੀ ਪੁਲਾੜ ਜੀਆ ਜੰਤ ਪਸ਼ੂ ਪੰਛੀ ਮਨੁੱਖ ਸਭ ਵਿੱਚ ਵਿਦਮਾਨ ਮੌਜੂਦ ਉਹ ਹਸਤੀ ਉਹ ਓਂਕਾਰ। ਉਸ ਓਂਕਾਰ ਜੀ ਦੇ ਨਾਲ ਜੋ ਕਿ ਓਮਨੀ ਪ੍ਰੈਜ਼ੈਂਟ ਆ, ਜੋ ਕਿ ਜ਼ਰਰੇ ਜ਼ਰਰੇ 'ਚ ਜ਼ਰਖੇਜ਼ ਆ, ਉਹਦੇ ਨਾਲ ਸਾਡੀ ਤੁਹਾਡੀ ਸੁਰਤਿਆਬਤਾ ਦੇ ਪੱਖ ਤੋਂ ਭਾਵ ਹਾਊ ਕੈਨ ਵੀ ਅਵੇਅਰ ਅਬਾਊਟ ਇਟ ਦੈਟ ਆਲਮਾਈਟੀ ਇਜ਼ ਪ੍ਰੈਜ਼ੈਂਟ ਆਲ ਦਾ ਟਾਈਮ ਐਂਡ ਐਵਰੀਵੇਅਰ। ਅਸੀਂ ਆਪਣੇ ਆਪ ਨੂੰ ਅਵੇਅਰ ਕਿਵੇਂ ਕਰ ਸਕਦੇ ਹੈਗੇ ਆ? ਇਹਦੇ ਲਈ ਗੁਰੂ ਮਹਾਰਾਜ ਨੇ ਕਿਹਾ ਤੁਹਾਨੂੰ ਵਿਜ਼ਨਰੀ ਬਣਾਉਣ ਵਾਸਤੇ ਸਤਿਗੁਰੂ ਪ੍ਰਸਾਦ, ਸੱਚੇ ਗੁਰੂ ਦੀ ਬਖਸ਼ਿਸ਼ ਹੈਲਪ ਕਰੇਗੀ। ਜੇ ਤੁਸੀਂ ਸੱਚੇ ਗੁਰੂ ਦੇ ਨਾਲ ਉਸ ਸੋਰਸ ਦੇ ਨਾਲ ਆਪਣੇ ਆਪ ਨੂੰ ਐਸੋਸੀਏਟ ਕਰੋਗੇ, ਉਹਦੀ ਗ੍ਰੇਸ ਜਿਹੜੀ ਹੈ ਤੁਹਾਨੂੰ ਇਸ ਵਿਜ਼ਨ ਤੱਕ ਲੈ ਆਵੇਗੀ। ਅੱਗੇ ਵਾਕ ਪ੍ਰਾਰੰਭ ਹੋ ਰਿਹਾ। ਵਿਚਾਰ ਦੀ ਪ੍ਰਾਰੰਭਤਾ ਮੁੱਖ ਸੁਨੇਹੇ ਤੋਂ ਖਾਸ ਕਰਕੇ ਰਹਾਓ ਦੇ ਬੰਦ ਤੋਂ ਕਰ ਰਹੇ ਹਾਂ। ਗੁਰੂ ਨਾਨਕ ਸਾਹਿਬ ਜ਼ਿਕਰ ਕਰਦੇ ਨੇ, ਚੱਲੇ ਜਨਮ ਸਵਾਰ ਵੱਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ ਰਹਾਓ। ਚੱਲੇ ਜਨਮ ਸਵਾਰ। ਇਹ ਜਿਹੜੀ ਹਿਊਮਨ ਲਾਈਫ ਆ, ਇਸ ਤੋਂ ਵਧੀਆ ਪ੍ਰੀਸ਼ੀਅਸ ਅਤੇ ਬੜੀ ਜਿਹਨੂੰ ਕਿਹਾ ਜਾਏ ਵੈਲਿਊਬਲ ਹੋਰ ਕਿਹੜੀ ਚੀਜ਼ ਧਰਤੀ 'ਤੇ ਹੋ ਸਕਦੀ ਹੈ? ਦੋ ਪੈਰਾਂ 'ਤੇ ਤੁਰਨ ਵਾਲਾ ਕ੍ਰੀਚਰ ਜਿਹਨੂੰ ਕੁਦਰਤ ਨੇ ਬੇਤਹਾਸ਼ਾ ਸਮਝ, ਸੋਝੀ, ਗਿਆਨ, ਅਕਲ, ਲਤਾਫਤ, ਸਿਆਣਪ ਅਤੇ ਇਹਦੇ ਨਾਲ ਐਟਲੀਸਟ 5 ਸੈਂਸਿਸ ਉਹ ਦਿੱਤੀਆਂ ਨੇ। ਸੋ ਇਹਨਾਂ ਦੇ ਜ਼ਰੀਏ ਇਹ ਚੀਜ਼ਾਂ ਨੂੰ ਉਹਨਾਂ ਨੂੰ ਐਕਸਪਲੋਰ ਵੀ ਸਹੀ ਤਰ੍ਹਾਂ ਕਰ ਸਕਦਾ ਹੈਗਾ, ਉਹਨਾਂ ਨੂੰ ਅੰਡਰਸਟੈਂਡ ਵੀ ਕਰ ਸਕਦਾ ਹੈ, ਉਹਨਾਂ ਨੂੰ ਇੱਕ ਬਹੁਤ ਹਾਇਰ ਤੋਂ ਹਾਇਰ ਲੈਵਲ ਤੱਕ ਮਾਣ ਵੀ ਸਕਦਾ ਹੈ, ਜੀ ਸਕਦਾ ਹੈ, ਸਭ ਚੀਜ਼ਾਂ ਹੋ ਸਕਦੀਆਂ ਨੇ। ਮਗਰ ਜਦੋਂ ਤੁਸੀਂ ਐਵਰੇਜ ਹਿਊਮਨ ਬੀਇੰਗ ਦੀ ਲਾਈਫ ਦੇਖਦੇ ਹਾਂ ਇਸ ਗਲੋਬ 'ਤੇ ਕੋਈ ਇੱਕ ਦਿਨ ਦੀ ਗੱਲ ਨਹੀਂ, ਪੁਸ਼ਤਾਂ ਤੋਂ ਪੀੜ੍ਹੀ ਬਾ ਪੀੜ੍ਹੀ ਤੁਸੀਂ ਪਿੱਛੋਂ ਝਾਤ ਮਾਰ ਲਓ ਅਤੇ ਮੋਸਟ ਆਫ ਦਾ ਟਾਈਮ ਐਜ਼ ਏ ਹਿਊਮਨ ਬੀਇੰਗ ਵੀ ਕੈਨ ਸੀ ਆਵਰ ਸੈਲਵਸ ਐਜ਼ ਏ ਮਿਜ਼ਰੇਬਲ ਕ੍ਰੀਚਰ ਆਫ ਦਾ ਅਰਥ। ਮਤਲਬ ਮੈਂ ਤਾਂ ਕਈ ਵਾਰੀ ਬੇਨਤੀ ਕਰਦਾ ਹਾਂ, ਜਿਵੇਂ ਸਪੋਜ਼ ਕਰੋ ਫੂਡ ਸਾਈਡ 'ਤੇ ਆ ਜਾਈਏ, ਜੋ ਜਿਸ ਕ੍ਰੀਚਰ ਲਾਈਨ ਦੇ ਵਿੱਚ ਜਿਹੋ ਜਿਹਾ ਫੂਡ ਕੁਦਰਤ ਨੇ ਉਹਦੇ ਵਾਸਤੇ ਬਣਾਇਆ ਆ, ਉਹਨੂੰ ਪਤਾ ਆ ਮੈਂ ਕੀ ਖਾਣਾ ਹੈ ਕੀ ਨਹੀਂ ਖਾਣਾ। ਤੁਸੀਂ ਮਤਲਬ ਡੌਗ ਨੂੰ ਵੀ ਫੂਡ ਪਾਓਗੇ ਅਤੇ ਉਹ ਇੱਕ ਜਸਟ ਇਨ ਵਨ ਸਨਿਫ ਇਹਦੇ ਨਾਲ ਹੀ ਉਹ ਪਤਾ ਕਰ ਦੇਗਾ ਮੇਰੇ ਖਾਣ ਵਾਲਾ ਕਿ ਨਹੀਂ ਖਾਣ ਵਾਲਾ। ਬੰਦਾ ਇਤਨਾ ਕਨਫਿਊਜ਼ਡ ਆ। ਤੁਸੀਂ ਦੇਖੋ ਅੱਜ ਇਤਨਾ ਜ਼ਿਆਦਾ, ਅੱਜ ਕਰੋਨਾ ਦੀ ਕੰਡੀਸ਼ਨ ਵਿੱਚ ਦੇਖ ਲਓ ਤੁਸੀਂ, ਮਤਲਬ ਹਰ ਇੱਕ ਬੰਦਾ ਆਪਣੀ ਡਾਕਟਰੀਨ ਪੇਸ਼ ਕਰ ਰਿਹਾ ਵੀ how can we actually boost our digestive system, our immune system, our immunity, our ability to fight with different disease। ਇਸ ਕਿਸਮ ਦੇ ਨਾਲ ਵੱਖਰੀਆਂ ਵੱਖਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਆ ਰਹੀਆਂ। ਕਿਤੇ ਬੰਦਾ ਸਮਝਦਾਰੀ ਦੀ ਇੰਤਹਾ ਕਹਿੰਦਾ, ਦੂਜੇ ਪਾਸੇ
ਬਿਲਕੁਲ ਲੋਸਟ ਹੋ ਗਿਆ। ਫਿਰ ਇਹਨੂੰ ਛੱਡੋ, ਤੁਸੀਂ ਹੋਰ ਲੈਵਲ 'ਤੇ ਆ ਜਾਓ। ਅਜੇ ਵੀ ਸਾਡੀ ਦੁਨੀਆ ਦੇ ਵਿੱਚ ਤੁਸੀਂ ਹਾਲਤ ਦੇਖੋ ਕੀ ਹੈ। ਬਹੁਤ ਸਿੰਪਲ ਤਰੀਕੇ ਨਾਲ ਚੀਜ਼ਾਂ ਸਮਝ ਆਉਣ ਵਾਲੀਆਂ। ਮੈਂ ਸ਼ਾਇਦ ਕਿਤੇ ਬਾਤ ਕੀਤੀ ਹੈ, ਮੈਨੂੰ ਯਾਦ ਹੈ ਕਾਫੀ ਸਮਾਂ ਪਹਿਲਾਂ ਮੈਂ ਸ਼ਾਇਦ ਫਸਟ ਜਾਂ ਸੈਕਿੰਡ ਟਾਈਮ ਇੰਗਲੈਂਡ ਵਿੱਚ ਸੀਗਾ, ਅਤੇ ਉੱਥੇ ਇੱਕ ਬਹੁਤ ਵੱਡੀ ਯੂਨੀਵਰਸਿਟੀ ਦੇ ਵਿੱਚ ਅਸੀਂ ਉਹਦੀ ਲਾਇਬ੍ਰੇਰੀ ਚਲੇ ਗਏ। ਮੇਰੇ ਨਾਲ ਬੜੇ ਹਾਈਲੀ ਐਜੂਕੇਟਡ ਪਰਸਨੈਲਿਟੀ ਜਿਹੜੀ ਉੱਥੇ ਐਜ਼ ਏ ਸ਼ਾਇਦ ਕੋਈ ਫੈਲੋਸ਼ਿਪ 'ਤੇ ਕੰਮ ਕਰ ਰਹੀ ਸੀ, ਉਹ ਸੀਗੇ। ਤਾਂ ਅਸੀਂ ਉੱਥੇ ਘੁੰਮ ਰਹੇ ਹਾਂ, ਅਤੇ ਉੱਥੇ ਇੰਗਲਿਸ਼ ਲੈਂਗੁਏਜ ਦਾ ਇਨਸਾਈਕਲੋਪੀਡੀਆ ਪਿਆ ਹੈ, ਜਿਹੜਾ ਐਜ਼ ਏ ਆਰਕਾਈਵ ਦੇ ਤੌਰ 'ਤੇ ਉਹਦਾ ਰੱਖਿਆ ਹੈਗਾ। ਅਤੇ ਉਹ ਬਾਏ ਚਾਂਸ ਜਿਵੇਂ ਉਹ ਖੋਲ੍ਹਿਆ ਇਸ ਤਰੀਕੇ ਦੇ ਨਾਲ, ਅਤੇ ਉਹ ਜਿਹੜਾ ਹੈਗਾ ਸੀ ਵਰਡ ਚੱਲ ਰਿਹਾ ਉਹਦੇ ਨਾਲ, ਮਤਲਬ ਸਾਊਂਡ ਦੇ ਨਾਲ। ਅਤੇ ਉਹਦੇ ਬਿਲਕੁਲ ਜਿਹੜਾ ਉੱਤੇ ਹੈਗਾ ਟੌਪ ਦੇ ਉੱਤੇ, ਮਤਲਬ ਇੱਕ ਤੁਸੀਂ ਦੇਖਿਆ ਹੋਏਗਾ ਜੇ ਤੁਸੀਂ ਭਾਸ਼ਾ ਦੇ ਪੱਖ ਤੋਂ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਹੋਵੋ, there is a big difference between a dictionary and an encyclopedia. ਡਿਕਸ਼ਨਰੀ ਹੁੰਦੀ ਹੈ, ਉਹ ਬਹੁਤ ਥੋੜ੍ਹੀ ਜਿਹੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਦੀ ਹੈ। ਇਨਸਾਈਕਲੋਪੀਡੀਆ ਹੈਗਾ ਜਿਹੜਾ ਬਿਲਕੁਲ ਰੂਟ ਲੈਵਲ ਤੋਂ ਲੈ ਕੇ ਤੇ ਉਹਦੀ ਫਰਦਰ ਐਕਸਟੈਂਸ਼ਨ ਬਿਆਨ ਕਰਦਾ। ਸੋ ਸ਼ਾਇਦ ਉਸ ਇੰਗਲਿਸ਼ ਲੈਂਗੁਏਜ ਦਾ ਜਿਹੜਾ ਬੜੇ ਪਹਿਲੇ ਇਨਸਾਈਕਲੋਪੀਡੀਆਸ ਉਹਨਾਂ ਛਾਪੇ ਸੀ, ਉਹਨਾਂ ਵਿੱਚੋਂ ਸੀਗਾ। ਅਤੇ ਉੱਥੇ ਹੈਗਾ, ਅਤੇ ਉਹ ਸੀ ਦੇ ਲੈਟਰ ਹੇਠ ਹੈਗਾ। ਅਤੇ ਬਾਈ ਚਾਂਸ ਜਿਹੜਾ ਉੱਤੇ ਖੁੱਲ੍ਹਾ ਹੈ, ਝਾਤ ਮਾਰੀ, ਅਤੇ ਉਹ ਹੈ ਕਿ ਸਿਗਾਰ, ਸਿਗਰਟ, ਇਸ ਕਿਸਮ ਦੇ ਵਰਡ ਆ ਰਹੇ ਨੇ ਸਾਰੇ। ਮੈਂ ਉਹ ਪੜ੍ਹਿਆ ਉਸ ਤਰੀਕੇ ਦੇ ਨਾਲ, ਅਤੇ ਮੇਰੇ ਦਿਮਾਗ 'ਚ ਬਿਲਕੁਲ ਪੱਕਾ ਫਿੱਟ ਹੋ ਗਿਆ। ਉਹਦੇ ਉੱਤੇ ਕੁਝ ਉਹਨਾਂ ਨੇ ਐਕਸਪਲੇਨੇਸ਼ਨ ਦਿੱਤੀ ਸਾਰੀ। ਫਿਰ ਅਖੀਰ ਦੇ 'ਚ ਉਹਨੇ ਇੱਕ ਅੱਗੇ ਜਾ ਕੇ ਇੱਕ ਉਹਦੇ ਉੱਤੇ ਬੜਾ ਟੌਂਟਿੰਗ ਵੇ ਨਾਲ ਇੱਕ ਕੌਮੈਂਟ ਕੀਤਾ ਰਾਈਟਰ ਨੇ। ਉਹ ਕਹਿੰਦਾ ਕਿ ਜਿਹੜਾ ਸਿਗਾਰ ਜਾਂ ਸਿਗਰਟ ਹੁੰਦੀ, ਇਟਸ ਕਾਈਂਡ ਆਫ ਏ ਸਟਿਕ ਵਿਚ ਇਜ਼ ਫਿਲਡ ਵਿਦ tobacco, and its description is at one end you can see smoke, and the opposite end you can see a fool person. ਇੱਕ ਪਾਸੇ ਉਹਦੇ ਧੂਆਂ ਹੁੰਦਾ, ਦੂਜੇ ਪਾਸੇ ਇੱਕ ਮੂਰਖ ਬੰਦਾ ਹੁੰਦਾ। ਮਤਲਬ ਇਹ ਲਿਟਰੇਚਰ 'ਚ ਵੀ ਆ ਰਿਹਾ, ਜਿੱਥੋਂ ਤੱਕ ਕਲਚਰ ਰਿਹਾ ਸਾਰੇ ਦਾ ਸਾਰਾ। ਆਪ ਝਾਤ ਮਾਰ ਕੇ ਦੇਖੋ, ਬੰਦਾ ਜਿਹੜਾ ਸਮਝ ਦੀ ਇੰਤਹਾ ਆ। ਜੇ ਆਪਾਂ ਇਕੱਲੇ ਧੂਏਂ ਦੇ ਰਿਲੇਟਿਡ ਜ਼ਿੰਦਗੀਆਂ ਦਾ ਨੁਕਸਾਨ ਦੇਖ ਲਈਏ ਤਾਂ ਕੋਈ ਇੰਤਹਾ ਥੋੜ੍ਹੀ ਹੈ। ਕੋਵਿਡ ਤੇ ਬਹੁਤ ਛੋਟੀ ਚੀਜ਼ ਬਣ ਜਾਏਗਾ ਉਹਦੇ ਸਾਹਮਣੇ। ਅੱਜ ਦੀ ਤਾਰੀਖ ਵਿੱਚ ਵੀ ਜਿੰਨੀਆਂ ਜ਼ਿੰਦਗੀਆਂ ਉਹਦੇ ਕਰਕੇ ਜਾ ਰਹੀਆਂ ਨੇ। ਇਹ ਮੰਨਿਆ ਗਿਆ ਪਸ਼ੂ, ਪੰਛੀ, ਪਰਿੰਦੇ, ਧਰਤੀ ਦਾ ਕੋਈ ਹੋਰ ਜਾਨਵਰ ਧੂਆਂ ਨਹੀਂ ਪੈਂਦਾ ਐਕਸੈਪਟ ਮਨੁੱਖ। ਕਿੰਨਾ ਕੁ ਸਮਝਦਾਰ ਹੈ ਭਾਈ ਇਹ, ਦੇਖ ਝਾਤ ਮਾਰ ਕੇ ਦੇਖੋ। ਦਾਨੇ ਲੋਕਾਂ ਨੇ ਤੱਤ ਕੱਢਿਆ। ਉਹ ਕਹਿੰਦੇ ਨੇ ਜਿਹੜੀ ਖਾਸ ਕਰਕੇ ਬੀਜ਼ ਹੁੰਦੀਆਂ ਨੇ, ਜਿਵੇਂ ਹਨੀ ਬੀਜ਼ ਨੇ, ਬਹੁਤ ਅਗਰੈਸਿਵ ਅਤੇ ਬੜਾ ਜਿਹਨੂੰ ਕਿਹਾ ਜਾਏ ਕਿ ਜਿੱਦੀ ਕਿਸਮ ਦਾ ਜਿਹੜਾ ਆ ਉਹ ਇੱਕ ਬੀਡਲ ਕਹਿ ਲਓ, ਇੱਕ ਜਿਹੜਾ ਹੈ ਕ੍ਰੀਚਰ ਵਰਲਡ ਦਾ ਇੱਕ ਪਾਰਟ ਕਹਿ ਲਓ। ਅਤੇ ਹਕੀਕਤ ਇਹ ਹੈ ਕਿ ਉਹ ਜਿਹਦੇ ਪਿੱਛੇ ਪੈ ਜਾਓ ਉਹਦੀ ਜਾਨ ਨਹੀਂ ਛੱਡਦਾ, ਬੜੀ ਬੁਰੀ ਤਰ੍ਹਾਂ ਸਟਿੰਗ ਕਰਦਾ, ਬੜੇ ਮਤਲਬ ਇਸ ਤਰੀਕੇ ਨਾਲ ਸਭ ਚੀਜ਼ਾਂ ਅਸੀਂ ਵੇਖਦੇ ਹਾਂ। ਪਰ ਹਕੀਕਤ ਇਹ ਹੈ ਜੇ ਉਹਨੂੰ ਵੀ ਦੜਾਉਣਾ ਹੋਏ ਤਾਂ ਉਹ ਕਹਿੰਦੇ ਬੜਾ ਈਜ਼ੀ ਹੈ, ਧੂੰਆਂ ਕਰ ਦਿਓ। ਧੂੰਆਂ ਹੁੰਦਿਆਂ ਨਾਲ ਉਹ ਵੀ ਲਾਮੇ ਹੋ ਜਾਂਦਾ, ਅਤੇ ਬੰਦੇ ਦੀ ਹਾਲਤ ਦੇਖੋ ਕੀ ਬਣੀ ਪਈ। ਸੋ ਇੱਕ ਐਗਜ਼ਾਮਪਲ ਆ ਸਿਰਫ, ਜਿਹਦੇ 'ਚ ਅਤੇ ਅੱਜ ਦੀ ਤਾਰੀਖ ਵਿੱਚ ਤੁਸੀਂ ਦੇਖੋਗੇ, ਅੱਜ ਜਦੋਂ ਇਸ ਲੈਵਲ 'ਤੇ ਆ ਗਏ ਆ, ਜਿਹੜੇ ਹਿਊਮਨ ਲਾਈਫ ਨੂੰ ਇਹਨਾਂ ਸਭ ਚੀਜ਼ਾਂ ਤੋਂ ਬਚਾਉਣ ਦੀ ਐਡਵੋਕੇਸੀ ਕਰਦੇ ਨੇ, ਉਹ ਲੌਬਿੰਗ ਗਰੁੱਪ, ਉਹਨਾਂ ਨੇ ਇਸ ਲੈਵਲ 'ਤੇ ਗੌਰਮੈਂਟਸ ਨੂੰ, ਇਸ ਲੈਵਲ 'ਤੇ ਅਥੋਰਿਟੀਜ਼ ਨੂੰ ਲਿਆਂਦਾ ਹੈ ਕਿ ਨੋ ਰਾਈਟਿੰਗ ਇਜ਼ ਨੋਟ ਐਨਫ। ਇਫ ਯੂ ਆਰ ਰਾਈਟਿੰਗ ਸਮੋਕਿੰਗ ਇਜ਼ ਇੰਜੂਰੀਅਸ ਫॉर ਹੈਲਥ, ਸਮੋਕਿੰਗ ਕਾਜ਼ ਕੈਂਸਰ, ਨੋ ਦੈਟਸ ਨੋਟ ਐਨਫ। ਇਹ ਐਨਫ ਨਹੀਂ ਹੈਗਾ। ਇੰਨੇ ਬਰੀਕ ਅੱਖਰਾਂ 'ਚ ਕੌਣ ਪੜ੍ਹੇਗਾ? ਤੁਸੀਂ ਇੱਕ ਕੰਮ ਕਰੋ, ਪਿਕਚਰ ਛਾਪੋ ਉਹਦੇ ਉੱਤੇ, ਸਿੱਧੇ ਤੌਰ 'ਤੇ ਉਹਦੇ ਉੱਤੇ ਤਸਵੀਰਾਂ ਲਗਾ ਦਿਓ ਵੀ ਆਹ ਕੈਂਸਰ ਇਸ ਤਰ੍ਹਾਂ ਦਾ ਹੋਏਗਾ, ਐਵੇਂ ਗਲਾ ਖਰਾਬ, ਐਵੇਂ ਲੰਗਸ ਖਰਾਬ ਹੋ ਜਾਣਗੇ, ਇਸ ਤਰੀਕੇ ਨਾਲ। ਇਹ ਸਾਹਮਣੇ ਬਿਲਕੁਲ ਜਦੋਂ ਕੋਈ ਫੜਦਾ ਉਹਦੇ ਉੱਤੇ ਛਪਿਆ ਹੈਗਾ। ਫਿਰ ਵੀ ਤੁਸੀਂ ਦੇਖੋ, ਫਿਰ ਅਸੀਂ ਕਹਾਂਗੇ ਬੰਦਾ ਜਿਹੜਾ ਆ ਇਹ ਅਸ਼ਰਫ ਮਖਲੂਕਾਤ ਆ, ਸਾਰੇ ਕ੍ਰੀਚਰ ਵਰਲਡ ਦੇ ਵਿੱਚ ਸਭ ਤੋਂ ਇੰਟੈਲੀਜੈਂਟ ਐਨੀਮਲ ਆ। ਇਹ ਕਿਵੇਂ ਹੋ ਸਕਦਾ ਹੈ? ਇੱਥੇ ਜਾ ਕੇ ਪਤਾ ਲੱਗਦਾ ਹੈ ਕਿ ਜ਼ਿੰਦਗੀ ਦੀਆਂ ਜਿਹੜੀਆਂ ਚੋਇਸਿਸ ਨੇ
ਜਿਹੜੀਆਂ ਅਸੀਂ ਚੋਣਾਂ ਕਰਨੀਆਂ ਨੇ, ਅਸੀਂ ਕਈ ਵਾਰੀ ਬਹੁਤੀਆਂ ਚੰਗੀਆਂ ਨਹੀਂ ਕਰਦੇ। ਬੜੇ ਮਿਜ਼ਰੇਬਲ ਹਾਲਤ 'ਚ ਅਸੀਂ ਜੀਵਨ ਜੀਂਦੇ ਹਾਂ। ਮੈਂ ਛੋਟੀ ਜਿਹੀ ਐਗਜ਼ਾਮਪਲ ਕੀਤੀ, ਹੋਰ ਪਤਾ ਨਹੀਂ ਕਿੰਨੇ ਸਬਸਟੈਂਸ, ਕਿਤਨੀਆਂ ਚੀਜ਼ਾਂ ਨੇ। ਕੁੜੱਤਣ ਹਰ ਸਬਸਟੈਂਸ 'ਚ ਪਈ ਹੈ, ਆਰ ਖੁਰਾਕ, ਰਹਿਣ ਸਹਿਣ, ਸਭ ਚੀਜ਼ਾਂ ਦੇ ਵਿੱਚ। ਫਿਰ ਇੱਕ ਹੋਰ ਚੀਜ਼ 'ਤੇ ਆ ਜਾਓ, ਗੁਰੂ ਨਾਨਕ ਸਾਹਿਬ ਨੇ ਚੱਲਾ ਜਨਮ ਸਵਾਰ, ਮਤਲਬ ਜਿਹੜੀ ਹਿਊਮਨ ਲਾਈਫ ਆਪਣੇ ਆਪ ਵਿੱਚ ਮਿਲੀ ਹੈ, ਦੈਟਸ ਨੋਟ ਐਨਫ। ਗੁਰੂ ਬਾਬਾ ਜੀ ਕਹਿੰਦੇ ਨੋ 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 ਨੋ, ਤੁਸੀਂ ਇਸ ਨੂੰ ਜੀਣਾ ਆ, ਤੇ ਜੀਣਾ ਇਤਨੇ ਵਧੀਆ ਢੰਗ ਨਾਲ ਆ ਕਿ ਜਦੋਂ ਉਸ ਤੁਹਾਡੀ ਜ਼ਿੰਦਗੀ ਨੂੰ ਕੋਈ ਦੇਖੇ, ਕੋਈ ਇੱਕ ਜਸਟ ਉਹਨੂੰ ਜਿਹੜਾ ਹੈਗਾ ਉਦੋਂ ਕਿਸੇ ਲੈਵਲ 'ਤੇ ਨਜ਼ਰ ਮਾਰੇ, ਸੀ ਥਰੂ ਹੋਏ, ਤੁਹਾਨੂੰ ਲੱਗੇ ਵੀ ਕਮਾਲ ਹੈ, ਕਿਆ ਐਗਜ਼ਾਮਪਲ ਹੈ ਇਸ ਲਾਈਫ ਦੀ, ਇਹੋ ਜਿਹੀ ਜ਼ਿੰਦਗੀ ਹੋਏ। ਹੁਣ ਇਹ ਇੱਕ ਮਤਲਬ ਸਾਡੀ ਰਿਸਪੋਂਸੀਬਿਲਿਟੀ, ਸਾਡੀ ਡਿਊਟੀ ਹੈ। ਪਰ ਮੈਂ ਦੇਖਦਾ ਹਾਂ, ਫਿਰ ਬੇਨਤੀ ਕਰਾਂਗਾ, ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦੇਖੋ। ਇੱਕ ਚੀਜ਼ ਹੋਰ ਕੰਪੈਰੀਜ਼ਨ ਲੈਵਲ 'ਤੇ ਲੈ ਆਉਂਦੇ ਆ, ਜਿਵੇਂ ਸੁਸਾਈਡਲ ਹੈ, ਆਪਣੇ ਆਪ ਨੂੰ ਆਪ ਖਤਮ ਕਰ ਦੇਣਾ। ਤੁਹਾਨੂੰ ਪਸ਼ੂਆਂ ਦੀ, ਜਾਨਵਰਾਂ ਦੀ, ਪਰਿੰਦਿਆਂ ਦੀ, ਕੀਟ ਮਕੌੜ ਦੀ ਦੁਨੀਆ 'ਚ ਵੀ ਨਹੀਂ ਮਿਲੇਗਾ, ਬੰਦੇ ਦੀ ਦੁਨੀਆ 'ਚ ਮਿਲੇਗਾ। ਇੰਨੇ ਬੰਦੇ ਅੱਜ ਧਰਤੀ ਦੇ ਉੱਤੇ ਨਾ ਐਕਸੀਡੈਂਟ ਨਾਲ ਮਰ ਰਹੇ ਨੇ, ਨਾ ਕਿਸੇ ਬਿਮਾਰੀ ਦੇ ਨਾਲ, ਨਾ ਕਿਸੇ ਹੋਰ ਰੀਜ਼ਨ ਦੇ ਨਾਲ, ਜਿੰਨੇ ਸੈਲਫ ਹਾਰਮ ਨਾਲ ਜਾ ਰਹੇ ਨੇ ਅੱਜ ਵੀ, ਐਵਰੀ ਡੇ। ਮਤਲਬ ਫਿਰ ਇਹ ਕਾਹਦਾ ਜਨਮ ਸਵਾਰ ਕੇ ਕਾਹਦੀ ਮਿਸਾਲ ਦਿਆਂਗੇ ਇਹਦੀ? ਇਹ ਸਭ ਗੱਲਾਂ ਕਰਨ ਦਾ ਮਾਇਨਾ ਇਤਨਾ ਹੀ ਹੈ, ਜ਼ਿੰਦਗੀ ਕੋਲ ਹੋਣੀ, ਜ਼ਿੰਦਗੀ ਮਿਲ ਜਾਣੀ, ਇੱਕ ਫੀਟਸ ਤੋਂ ਬੇਬੀ ਦੇ ਰੂਪ ਵਿੱਚ ਆਮਦ ਲੈ ਲੈਣੀ ਧਰਤੀ 'ਤੇ। That's not enough. We have to learn how to live our life. Otherwise, that life itself is a miserable thing for us. ਮੈਂ ਮੈਂਟਲ ਹੈਲਥ ਨਾਲ, ਕੁਝ ਉਸ ਕਿਸਮ ਦੇ ਇਸ਼ੂ ਨਾਲ ਜਿਹੜੇ ਲੋਕ ਡੀਲ ਕਰਦੇ ਨੇ, ਉਹਨਾਂ ਦੇ ਨਾਲ ਅਕਸਰ ਰਹਿੰਦਾ ਵਾਂ, ਡੀਲ ਕਰਦਾ ਹਾਂ, ਅਤੇ ਪਤਾ ਲੱਗਦਾ ਹੈ ਕਿ ਜਦੋਂ ਲੋਕ ਬਿਆਨ ਕਰਦੇ ਨੇ ਕਿ ਐਨਗਜ਼ਾਇਟੀ, ਸਫੋਕੇਸ਼ਨ, ਕੋਈ ਫਿਜ਼ੀਕਲ ਪ੍ਰੋਬਲਮ ਨਹੀਂ, ਲੰਗਸ ਵਿੱਚ, ਗਲੇ ਵਿੱਚ, ਕੁਝ ਬਰੀਥਿੰਗ ਪੈਟਰਨ ਦੇ ਵਿੱਚ, ਕਿਸੇ ਚੀਜ਼ ਦੇ ਵਿੱਚ, ਬਟ ਬੰਦਾ ਕਹਿੰਦਾ ਮੈਨੂੰ ਤਾਂ ਸਾਹ ਹੀ ਨਹੀਂ ਆਉਂਦਾ। ਵਟ ਇਜ਼ ਦਿਸ? ਇਹ ਕੀ ਹੋ ਗਿਆ? ਕਿਸੇ ਫਿਜ਼ੀਕਲ ਕੰਪੋਨੈਂਟ ਨੇ, ਕਿਸੇ ਫਿਜ਼ੀਕਲ ਹਰਡਲ ਨੇ ਰੋਕਿਆ? ਨੋ 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 ਨੋ। ਇੱਥੇ ਜਾ ਕੇ ਫਿਰ ਕੀ ਹੈ, ਬੰਦੇ ਦੀ ਮਨ ਦੀ ਦੁਨੀਆ ਇਤਨੀ ਖਰਾਬ ਹੋ ਗਈ ਹੈ, ਉਹ ਇਤਨਾ ਜ਼ਿਆਦਾ ਕਿਸੇ ਥਾਟ ਦੇ ਵਿੱਚ, ਕਿਸੇ ਖਿਆਲ 'ਚ ਇਤਨਾ ਜ਼ਿਆਦਾ ਮਤਲਬ ਉਲਝ ਗਿਆ, ਉਹਦੇ ਲਈ ਆਪਣੇ ਆਪ ਨੂੰ, ਆਪਣੇ ਜਿਹੜੀਆਂ ਨੋਰਮਲ ਚੀਜ਼ਾਂ ਚੱਲਦੀਆਂ ਸੀਗੀਆਂ ਉਹਨਾਂ ਨੂੰ ਵੀ ਚੱਲਣ ਦੇਣਾ ਉਹਦੇ ਲਈ ਹਾਰਡ ਹੋ ਗਿਆ ਹੈਗਾ। ਸੋ ਸਾਰੇ ਨੂੰ ਵੇਖਦਿਆਂ ਹੋਇਆਂ ਸਾਨੂੰ ਪਹਿਲੇ ਰੂਪ ਦੇ 'ਚ ਹੈ ਜੀਵਨ ਜੀਣ ਦੀ ਪ੍ਰੋਪਰ ਜਾਂਚ ਆਵੇ। ਗੁਰੂ ਮਹਾਰਾਜ ਨੇ ਇਸ ਬਾਬਤ ਜੋ ਬਾਣੀ ਦੇ ਸੰਦੇਸ਼ ਦਿੱਤੇ ਨੇ, ਕਈ ਵਾਰ ਬੜੇ ਸਟ੍ਰਿਕਟ ਨੇ, ਬੰਦਾ ਕਈ ਵਾਰ ਹਾਰਸ਼ ਵੀ ਕਹੇਗਾ, ਬਟ ਆਈ ਸ਼ੁੱਡ ਸੇ they are very genuine and very strict, so that we can push ourselves to get some kind of knowledge how to live our lives, to do some kind of effort so that we can get some coaching how to live happy, meaningful life in this world. मैं भगत फरीद जी के बचन जे बयान करा, थोड़ा बचन है कि जिह देह नाला कप्पिया, जे गल कप्पै चुक पवन्ना इत्ती मामले, सहा ना इत्ती दुख। पंजाबी का आम ईडियम आ, कोई बंदा किसी को पूछे ना भी किवें जिंदगी चल रही, की हाल है, वो कहे जी बस मामले पे ने, मेन आई एम जस्ट पेइंग टैक्स, नथिंग एल्स। मैं तो धरती ते बस बोझ ढो रहा, मामला ही बस अदा कर रहा, होर कुछ नहीं है। ਇਹਦੀ ਬਾਤ ਹੋਈ ਜਿਹਨੂੰ ਅਸੀਂ ਕਈ ਵਾਰੀ ਕਹਿੰਦੇ ਨੇ ਜੂਨ ਕੱਟੀ ਹੋ ਰਹੀ ਹੈ। ਪਵਨ ਨਾ ਇੱਤੀ ਮਾਮਲੇ, ਫਿਰ ਸਾਹ ਨਾ ਇੱਤੀ ਦੁੱਖ। ਬੰਦੇ ਨੂੰ ਹੋਰ ਧਿਆਨ ਨਾਲ ਦੇਖੋਗੇ, ਉਹ ਬੰਦਾ ਦੁੱਖ ਦਾ ਹੀ ਭਰਿਆ ਪਿਆ ਸਾਰੇ ਦਾ, ਅੰਦਰੋਂ ਬਾਹਰੋਂ। ਰੀਜ਼ਨ ਕੀ ਹੋਇਆ? ਕਿਉਂਕਿ ਜਿਉਣਾ ਨਹੀਂ ਆਇਆ। ਭਗਤ ਫਰੀਦ ਜੀ ਨੇ ਬੜੇ ਸੁੰਦਰ ਬਾਤ ਕੀਤੀ, ਬੜੇ ਮੈਟਾਫੋਰਿਕ ਵੇ ਨਾਲ। ਜਿਹ ਦੇਹ ਨਾਲਾ ਕੱਪਿਆ, ਐਕਚੁਅਲ ਲੈਵਲ 'ਤੇ ਆਪਣੇ ਜਨਮ ਦੇਣ ਵਾਲਿਆਂ ਨੂੰ ਇਹ ਗੱਲ ਕਹਿੰਦੇ, ਤੁਸੀਂ ਮੈਨੂੰ ਜ਼ਿੰਦਗੀ ਦਿੱਤੀ, ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਜੇ ਦੀ ਤੁਸੀਂ ਇੰਟਰਪ੍ਰੀਟੇਸ਼ਨ 'ਚ ਚਲੇ ਜਾਓ ਤੇ ਜਿਸ ਦਿਨ ਜਨਮ ਹੋਇਆ, ਮਾਂ ਤੇ ਬੱਚੇ ਦੀ ਜੁਦਾਈ ਜਿਹੜੀ ਹੈ, ਮਾਂ ਤਾਂ ਬੱਚੇ ਤੋਂ ਜੁਦਾ ਹੋਣਾ ਤੇਜ਼ ਧਾਰ ਹਥਿਆਰ ਦੇ ਨਾਲ, ਬੜੇ ਸ਼ਾਰਪਨ ਜਿਹੜਾ ਹੈਗਾ ਇੱਕ ਇੰਸਟਰੂਮੈਂਟ ਦੇ ਨਾਲ ਹੁੰਦਾ ਆ, ਜਿਵੇਂ ਕੈਂਚੀ ਆ ਜਾਂ ਨਾਈਫ ਵਗੈਰਾ ਹੈਗਾ,
ਜਦੋਂ ਉਹਦਾ ਬਲੱਡ ਕੋਟ ਕੱਟੀ ਜਾਂਦੀ ਹੈ, ਨਾੜੂਆ ਕੱਟਿਆ ਜਾਂਦਾ ਹੈ। ਜਦੋਂ ਉਹ ਕੱਟਦੇ ਨੇ ਤਾਂ ਜਾ ਕੇ ਉਹ 2 ਪਾਰਟ ਹੁੰਦੇ ਨੇ ਇਸ ਤਰੀਕੇ ਦੇ ਨਾਲ। ਸੋ ਕਿਹਾ ਗਿਆ ਭਗਤ ਫਰੀਦ ਜੀ ਦੁਆਰਾ ਵੀ ਉਹ ਮਾਂ, ਉਹ ਜਨਨੀ, ਉਹ ਮੈਨੂੰ ਜਨਮ ਜੀਵਨ ਦੇਣ ਵਾਲੇ, ਉਹ ਜੀਵਨ ਦਾਤਾ, ਮੈਂ ਤੈਨੂੰ ਇਹ ਬਾਤ ਕਹਿਣਾ ਵਾ ਕਿ ਜਿਹ ਦੇਹ ਨਾਲਾ ਕੱਪਿਆ, ਮੈਨੂੰ ਜ਼ਿੰਦਗੀ ਦਿੱਤੀ ਸੀ, ਇੱਕ ਮਾਸ ਦੇ ਕ੍ਰੀਚਰ ਦੇ ਰੂਪ ਵਿੱਚ ਪੈਦਾ ਕੀਤਾ ਸੀਗਾ, ਪਰ ਜੇ ਮੈਨੂੰ ਜ਼ਿੰਦਗੀ ਜਿਉਣ ਦਾ ਵੱਲ ਤਰੀਕਾ ਸਲੀਕਾ ਨਹੀਂ ਸੀ ਨਾ ਸਿਖਾਉਣਾ, ਫਿਰ ਇੱਕ ਤਰਸ ਉਸੇ ਦਿਨ ਹੋਰ ਕਰ ਦੇਣਾ ਸੀਗਾ। ਜਿਹੜੀ ਕੈਂਚੀ ਮੇਰੇ ਨਾੜੂਏ ਤੇ ਚਲਾਈ ਸੀ, ਉਹੀ ਕੈਂਚੀ ਮੇਰੇ ਗਲ ਤੇ ਚਲਾ ਦੇਣੀ ਸੀ। ਜਿਹ ਦੇਹ ਨਾਲਾ ਕੱਪਿਆ, ਜੇ ਗਲ ਕੱਪੈ ਚੁੱਕ, ਪਵਨ ਨਾ ਇਤੀ ਮਾਮਲੇ, ਫਿਰ ਇੰਨੇ ਮਾਮਲੇ ਨਹੀਂ ਸੀ ਪੈਣੇ, ਫਿਰ ਇੰਨੇ ਦੁੱਖ ਨਹੀਂ ਸੀ ਸਹਿਣੇ ਮੈਂ। ਇਹ ਮੁਰਾਦ ਕੀ ਹੈ? ਮੁਰਾਦ ਇਹ ਹੈ ਜ਼ਿੰਦਗੀ ਜੀਣੀ ਸਿੱਖ ਸਹੀ ਰੂਪ ਦੇ ਵਿੱਚ। ਅਦਰਵਾਈਜ਼ ਇਹਨਾਂ ਮੋਢਿਆਂ ਤੇ ਇਤਨਾ ਬੋਝ ਹੋਏਗਾ, ਤੂੰ ਕੀ ਐਗਜ਼ਾਮਪਲ ਬਣੇਗਾ, ਤੂੰ ਕੀ ਸਫਲ ਕਰੇਗਾ। ਗੁਰੂ ਨਾਨਕ ਸਾਹਿਬ ਬਿਆਨ ਕਰਦੇ, ਚੱਲੇ ਜਨਮ ਸਵਾਰ, ਜਨਮ ਸਵਾਰ ਕੇ ਜਾ। ਸਵਾਰਨ ਦਾ ਮਾਇਨਾ ਦੇਖੋ ਕੀ ਹੁੰਦਾ ਆ। ਜਿਹੜੀ ਚੀਜ਼ ਸਵਰੀ ਹੁੰਦੀ ਹੈ ਨਾ, ਬਹੁਤ ਵਧੀਆ। ਤੁਸੀਂ ਦੇਖੋ ਇਹ ਮਨੁੱਖ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਇਹ ਚੀਜ਼ਾਂ ਰਿਫਲੈਕਟ ਕਰਦੀਆਂ ਨੇ। ਤੁਸੀਂ 2-4 ਬੰਦੇ ਇਹੋ ਜਿਹੇ ਦੇਖ ਲਵੋ ਜਿਨ੍ਹਾਂ ਨੇ ਚੰਗੀ ਤਰ੍ਹਾਂ ਜਿਹੜੇ ਦੇ ਆਰ ਡਰੈਸਡ ਲਾਈਕ ਰੈਗਸ ਐਂਡ ਦੇ ਆਰ ਵੈਰੀ ਫਿਲਥੀ ਐਂਡ ਵੈਰੀ ਯੂ ਕੈਨ ਸੇ ਜਿਹੜਾ ਹੈਗਾ ਅਨਆਰਗੇਨਾਈਜ਼ਡ ਵੇ ਦੇ ਨਾਲ ਲਾਈਫ ਸਟਾਈਲ ਹੈਗਾ। 2-4-10 ਬੰਦੇ ਦੇਖੋਗੇ, ਮਿਸਾਲ ਬਣ ਜਾਏਗੀ, ਉਵੇਂ ਦੇ ਆਪ ਹੋ ਜਾਓਗੇ। ਪਰ ਉਸੇ ਸਮੇਂ ਤੁਸੀਂ 1-2 ਬੰਦੇ ਇਹੋ ਜਿਹੇ ਦੇਖਦੇ ਹੋ ਜਿਹੜੇ ਬੜੇ ਜਿਹਨੂੰ ਕਿਹਾ ਜਾਏ ਔਰਗੇਨਾਈਜ਼ਡ, ਬੜੇ ਸਫਿਸਟੀਕੇਟਡ ਵੇ ਦੇ ਨਾਲ ਆਪਣਾ ਸਲੀਕੇ ਦੇ ਨਾਲ ਰਹਿਣ ਸਹਿਣ ਖਾਣ ਪਾਣ ਆ ਰਿਹਾ ਹੈਗਾ। ਬੰਦੇ ਨੂੰ ਇੱਕ ਇੰਸਪੀਰੇਸ਼ਨ ਮਿਲੇਗੀ ਨਾ, ਉਹਨੂੰ ਆਈ ਸ਼ੁੱਡ ਬੀ ਲਾਈਕ ਹਿਮ ਔਰ ਹਰ। ਇਹ ਹੈ ਸਵਰਿਆ ਹੋਇਆ ਜੀਵਨ ਦੂਜੇ ਨੂੰ ਸਵਰਨ ਦੀ ਪ੍ਰੇਰਣਾ ਦਿੰਦਾ ਆ। ਤੇ ਸਵਰਨਾ ਸਿਰਫ ਬਾਹਰੋਂ ਨਹੀਂ ਹੁੰਦਾ, ਬਾਹਰੋਂ ਤੇ ਚਲੋ ਬੰਦਾ ਥੋੜ੍ਹਾ ਬਹੁਤਾ ਸਵਰ ਜਾਂਦਾ, ਸਭ ਤੋਂ ਵੱਡਾ ਅੰਦਰ ਦਾ ਸਵਰਨਾ, ਉਹਦਾ ਬੋਲ ਚਾਲ ਰਹਿਣ ਸਹਿਣ ਵਿਹਾਰ ਕਿਰਦਾਰ ਹਰ ਚੀਜ਼ ਜਿਹੜੀ ਹੈ ਪੂਰੇ ਕਿਸੇ ਥਾਟ ਦੇ ਨਾਲ ਅਲਾਈਨ ਹੋ ਜਾਏ। ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੇ ਇਹੋ ਜਿਹਾ ਆਪਣੇ ਆਪ ਨੂੰ ਸੈੱਟ ਕੀਤਾ, ਉਹ ਜੀਵਨ ਨੂੰ ਮੀਨਿੰਗਫੁਲ ਵੇ ਨਾਲ ਜੀ ਗਏ, ਆਪਣੇ ਲਈ ਵੀ ਤੇ ਹੋਰਾਂ ਲਈ ਵੀ ਮਿਸਾਲ ਬਣ ਗਏ। ਇਹਦੀ ਬਾਤ ਕੀਤੀ, ਚੱਲੇ ਜਨਮ ਸਵਾਰ। ਫਿਰ ਜਿਹੜਾ ਇਸ ਤਰੀਕੇ ਨਾਲ ਆਪਣੇ ਆਪ ਨੂੰ, ਜਿਹਨੂੰ ਖਾਣ ਦਾ ਪਤਾ, ਰਹਿਣ ਦਾ ਪਤਾ, ਜੀਵਨ ਜੀਣ ਦਾ ਸਹੀ ਤਰੀਕੇ ਸਲੀਕੇ ਦਾ ਪਤਾ ਆ, ਸੱਚ ਜੀਵਨ ਦਾ ਜਿਹੜਾ ਅਲਟੀਮੇਟ ਗੋਲ ਆ, ਵਨਨੈਸ ਵਿਦ ਅਕਾਲ ਪੁਰਖ ਵਾਹਿਗੁਰੂ, ਉਹ ਕਿੱਥੇ ਦੂਰ ਰਹਿ ਜਾਏਗੀ। ਗੁਰੂ ਸਾਹਿਬ ਕਹਿੰਦੇ ਵੱਖਰ ਸੱਚ ਲੈ, ਉਹ ਸਚਿਆਰ ਹੋ ਕੇ ਧਰਤੀ ਤੋਂ ਵਿਦਾ ਹੋਏ। ਉਹ ਬਿਲਕੁਲ ਸੱਚ ਦੀ ਕੋਠੜੀ ਬਣ ਗਏ, ਸੱਚ ਕਿਤੇ ਦੂਰ ਨਹੀਂ। ਇਸ ਤਰੀਕੇ ਨਾਲ ਜਾਣੋ, people who do a lot of rituals to get some kind of spiritual betterment, according to Gurbani, that's not sufficient enough to get our spiritual toward our, actually to done our spiritual goals properly. Maharaj is saying you have to know how to live your day-to-day life according to ਜਿਹਨੂੰ ਅਸੀਂ ਧਰਮਾਂ ਕਹਿੰਦੇ ਹਾਂ, ਅਕੋਰਡਿੰਗ ਟੂ ਰੀਅਲ ਡਿਸਿਪਲਿਨ ਆਫ ਮਦਰ ਨੇਚਰ। ਜਿਹੜਾ ਅਸਲ ਮਦਰ ਨੇਚਰ ਦਾ ਲਾ ਆ, ਉਹਦੇ ਮੁਤਾਬਕ ਤੈਨੂੰ ਰਹਿਣ ਦੀ ਜਾਚ ਆਉਣੀ ਚਾਹੀਦੀ ਹੈ, ਖਾਣ ਪਾਣ ਰਹਿਣ ਸਹਿਣ ਸਭ ਚੀਜ਼ਾਂ। ਜੇ ਇਹਨਾਂ ਨੂੰ ਤੂੰ ਫੋਕਸ ਕਰ ਲਵੇਂਗਾ, ਜਿਹੜੀ ਐਕਚੁਅਲ ਲੈਵਲ 'ਤੇ ਤੇਰੀ ਸਭ ਤੋਂ ਵੱਡੀ ਵਰੀ ਆ ਵੀ ਰੱਬ ਕਿੱਥੋਂ ਮਿਲੇਗਾ, ਰੱਬ ਮਿਲੇਗਾ ਕਿ ਨਹੀਂ ਮਿਲੇਗਾ, ਮਹਾਰਾਜ ਕਹਿੰਦੇ ਉਹ ਆਪ ਹੀ ਆ ਜਾਏਗਾ। ਉਹਦੇ ਬਾਰੇ ਫਿਕਰ ਕਰਨ ਦੀ ਲੋੜ ਨਹੀਂ। ਵੱਖਰ ਸੱਚ ਲੈ, ਸੱਚ ਦਾ ਵੱਖਰ ਤੇਰੀ ਝੋਲੀ 'ਚ ਪੈ ਜਾਏਗਾ। ਅਗਲਾ ਬਚਨ ਲਿਖਿਆ, ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ। ਪਤ ਪਾਏ, ਰੱਬ ਦੀ ਦਰਗਾਹ ਦੇ ਵਿੱਚ ਸਾਨੂੰ ਮਾਣ ਮਿਲੇ। ਇਹ ਭਾਰਤੀ ਖਿੱਤੇ ਦੀ ਅਕਸਰ ਵਿਚਾਰਧਾਰਾ ਰਹੀ। ਗੁਰੂ ਸਾਹਿਬ ਨੇ ਉੱਥੋਂ ਮਿਸਾਲ ਕੀਤੀ ਹੈ, ਉੱਥੋਂ ਐਗਜ਼ਾਮਪਲ ਕਰਕੇ ਕਿਹਾ ਵੀ ਤੂੰ ਮੰਨਿਆ ਰੱਬ ਦੀ ਅਦਾਲਤ ਨੂੰ, ਕੋਰਟ ਨੂੰ, ਉਹਦੀ ਚੀਜ਼ ਨੂੰ, ਤੇ ਜੇ ਤੂੰ ਉੱਥੇ ਮਾਣ ਸਤਿਕਾਰ ਲੈਣਾ ਆ, ਜਿਹਨੂੰ ਭਗਤ ਫਰੀਦ ਜੀ ਦੇ ਬਚਨਾਂ 'ਚ ਅਸੀਂ ਪੜ੍ਹਦੇ ਹਾਂ, ਇਹ ਸ਼ਬਦ 'ਚ ਅੱਗੇ ਫਰਦਰ ਐਕਸਟੈਂਸ਼ਨ ਇਹ ਚੀਜ਼ ਦੀ ਆਏਗੀ, ਜਿਸ 'ਚੋਂ ਜ਼ਿਕਰ ਕਰਦੇ ਨੇ ਕਿ ਫਰੀਦਾ ਜਿੰਨੀ ਕੰਮੀ ਨਾਹੀਂ ਗੁਣ ਤੇ ਕੰਮੜੇ ਵਿਸਾਰ। ਕੋਈ ਵੀ ਕੰਮ ਕਰਦੇ ਆ, ਉਹਦੇ 'ਚੋਂ ਕੁਝ ਨਾ ਕੁਝ ਤੇ ਚੰਗਾ ਮਾੜਾ ਪੈਦਾ ਹੋਏਗਾ ਨਾ, ਕੁਛ ਵੀ, ਵਟ ਐਵਰ ਵੀ ਆਰ ਡੂਇੰਗ, ਵੀ ਗੋਨਾ ਸੀ ਸਮ ਕਾਈਂਡ ਆਫ ਨੈਗੇਟਿਵ ਔਰ ਪੋਜ਼ਿਟਿਵ ਐਜ਼ ਅ ਰਿਜ਼ਲਟ। ਸਪੋਜ਼ ਕੋਈ ਕੰਮ ਕੀਤਾ ਤੇ ਉਹਦੇ ਬਾਰੇ ਮੈਨੂੰ ਪਤਾ ਹੋਏ ਕਿ ਇਹਦੇ ਵਿੱਚੋਂ ਨਾ ਮਤਲਬ ਮਾੜੇ ਰਿਜ਼ਲਟ ਆਉਣਗੇ। ਜਿਹਨੂੰ ਗੁਰੂ ਸਾਹਿਬ ਨੇ ਬਾਣੀ 'ਚ ਬਿਆਨ ਕੀਤਾ ਸੀਗਾ ਕਿ ਦੇਖ ਬੰਦੇ ਐਸਾ ਕੰਮ ਮੂਲੇ ਨਾ ਕੀਚਈ ਜਿਤ ਅੰਤ ਪਛੋਤਾਈ ਹੈ।
ਇਹੋ ਜਿਹਾ ਕੰਮ ਮੁੱਲੋਂ ਹੀ ਨਹੀਂ ਕਰਨਾ ਜਿਹਨੂੰ ਕਰਨ ਤੋਂ ਬਾਅਦ ਚ ਆਵੇ ਵੀ ਓਹੋ ਕਾਹਦੇ ਲਈ ਕੀਤਾ। ਪਛਤਾਵਿਆਂ ਤੋਂ ਬਚਣ ਵਾਸਤੇ ਪਹਿਲੇ ਲੈਵਲ ਤੇ ਪ੍ਰਾਇਮਰੀ ਸਟੇਜ ਤੇ ਅਵੇਅਰ ਹੋ ਜਾ। ਭਗਤ ਜੀ ਨੇ ਕਿਹਾ ਜਿੰਨੀ ਕੰਮੀ ਨਾਹੀਂ ਗੁਣ ਤੇ ਕੰਬੜੇ ਵਿਸਾਰ, ਵਸਾਰ ਦੇ ਉਹਨਾਂ ਨੂੰ। ਪਰ ਭਗਤ ਫਰੀਦ ਜੀ ਕਾਹਦੇ ਲਈ ਆਪਣੇ ਆਪ ਨੂੰ ਇੰਨਾ ਬੋਦਰ ਕਰਾਂ। ਵਾਈ ਸ਼ੁੱਡ ਬੀ bothered from this side at all. Whatever is coming in my path of day-to-day living, I should continue doing. ਜਿਵੇਂ ਲੋਕ ਆਮ ਕਰਕੇ ਕਰਦੇ ਨੇ ਵੀ ਜੋ ਹੋ ਰਿਹਾ ਚੱਲੀ ਜਾਣ ਦਿਓ, ਜਿਵੇਂ ਭੀੜ ਚੱਲ ਰਹੀ ਆਪਾਂ ਵੀ ਚੱਲੀ ਜਾਂਦੇ ਹਾਂ ਨਾਲ ਇਸ ਤਰੀਕੇ ਦੇ ਨਾਲ। ਭਗਤ ਫਰੀਦ ਜੀ ਨੇ ਕਿਹਾ ਉਹਦਾ ਕਾਰਨ ਇਹ ਹੈ ਕਿ ਮੈਂ ਤੈਨੂੰ ਇੱਕ ਬੜੇ ਵੱਡੇ ਜਿਹੜੇ ਇੱਕ ਬੈਡ ਇਫੈਕਟ ਤੋਂ ਬਚਾਉਣਾ ਚਾਹੁੰਦਾ ਹਾਂ, ਜਿਹਦੇ ਕਰਕੇ ਤੈਨੂੰ ਫਿਰ ਬਾਅਦ ਵਿੱਚ ਬੜਾ ਪਛਤਾਉਣਾ ਪਏਗਾ। ਉਹ ਕੀ ਹੈ ਜੀ? ਕਹਿਣ ਲੱਗੇ ਫਰੀਦਾ ਜਿੰਨੀ ਕੰਮੀ ਨਾਹੀਂ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਈ। ਤੈਨੂੰ ਫਿਰ ਐਜ਼ ਏ ਜਿਹੜਾ ਬੜਾ ਜਿਸ ਤਰੀਕੇ ਨਾਲ ਕਿਹਾ ਜਾਏ ਕਿ ਬੜੀ ਤੈਨੂੰ ਅੰਬੈਰਸਮੈਂਟ ਜਿਹੜੀ ਹੋਣੀ ਹੈ ਉਹ ਸਾਰੇ ਤੋਂ ਬਚ ਜਾਏਗਾ। ਤੇ ਇਸ ਅੰਬੈਰਸਮੈਂਟ ਨੂੰ ਕਈ ਵਾਰ ਅਸੀਂ ਇਸ ਜੀਵਨ ਵਿੱਚ ਹੀ ਵੇਖਦੇ ਹਾਂ ਕਈ ਮੰਜ਼ਰ ਦੇ ਵਿੱਚ। ਮੈਨੂੰ ਯਾਦ ਆ ਇੱਕ ਪਿੱਛੇ ਕਰਕੇ ਮੈਨੂੰ ਲੌਂਗ ਟਰਮ ਕੇਅਰ ਤੋਂ ਕਾਲ ਆਈ ਅਤੇ ਮੈਂ ਅਟੈਂਡ ਕੀਤੀ। ਉੱਥੋਂ ਦਾ ਕੋਈ ਵਰਕਰ ਸੀਗਾ ਅਤੇ ਉਹਨੇ ਕਿਹਾ ਜੀ ਤੁਹਾਡੀ ਹੈਲਪ ਦੀ ਲੋੜ ਆ। ਮੈਂ ਕਿਹਾ ਜੀ ਦੱਸੋ। ਕਹਿੰਦੇ ਸਾਡੇ ਇੱਥੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚੋਂ ਸ਼ਖਸ ਆ ਅਤੇ ਬੜਾ ਦਿਨ ਰਾਤ ਰੋਂਦਾ ਰਹਿੰਦਾ, ਏਜਡ ਆ, ਖਾਸ ਕਰਕੇ ਜਿਹਨੂੰ ਅਸੀਂ ਟਰਮੀਨਲ ਕੇਅਰ ਕਹਿੰਦੇ ਹੈਗੇ ਆ, ਭਾਵ ਪੀਪਲ ਹੂ ਆਰ ਜਸਟ ਵੇਟਿੰਗ the day when their soul or life is going to actually depart, ਜਦੋਂ ਉਹ ਤੋਂ ਚਲੀ ਜਾਏਗੀ ਉਸ ਤਰੀਕੇ ਦੇ ਨਾਲ। ਵੀ ਅਸਲੀਅਤ 'ਚ ਵੀ ਉਹਨਾਂ ਨੂੰ ਇੱਕ ਡੇਟ ਦੇ ਦਿੱਤੀ ਵੀ ਹਫ਼ਤੇ 2 ਹਫ਼ਤੇ 4 ਹਫ਼ਤੇ 5 ਹਫ਼ਤੇ ਮਹੀਨਾ 2 ਮਹੀਨਾ ਉਸ ਤੋਂ ਉਸ ਜਗ੍ਹਾ 'ਤੇ ਹੈ। ਠੀਕ ਹੈ ਜੀ। ਤੋ ਕਹਿੰਦੇ ਜੀ ਉਹ ਦਿਨ ਥੋੜ੍ਹੇ ਨੇ ਅਤੇ ਉਹ ਬੜੀ ਇਸ ਹਾਲਤ ਵਿੱਚ ਆ। ਅਤੇ ਮੈਂ ਕਿਹਾ ਜੀ ਮੈਂ ਕੀ ਕਰ ਸਕਦਾ। ਉਹ ਕਹਿੰਦੇ ਕਿ ਗੱਲ ਇਹ ਹੈ ਕਿ ਉਹਨਾਂ ਦੀ ਕੋਈ ਲਾਈਫ ਸਟੋਰੀ ਹੈ ਜਿਹੜੀ ਉਹਨਾਂ ਨੂੰ ਬੜੀ ਬੋਦਰ ਕਰ ਰਹੀ ਹੈ ਅਤੇ ਉਹ ਸੁਣਾਉਣਾ ਚਾਹੁੰਦੇ ਨੇ। ਅਤੇ ਮੈਂ ਕਿਹਾ ਜੀ ਕਿਸੇ ਫੈਮਿਲੀ ਮੈਂਬਰ ਨੂੰ ਬੁਲਾ ਲਓ। ਕਹਿੰਦੇ ਨੋ ਹੀ ਇਜ਼ ਨੋਟ ਕੰਫਰਟੇਬਲ ਵਿਦ ਐਨੀ ਫੈਮਿਲੀ ਮੈਂਬਰ ਐਨੀਵਨ ਐਲਸ ਐਕਸੈਪਟ ਮੀ। ਹੀ ਇਜ਼ ਇਨਸਿਸਟਿੰਗ ਮੀ ਟੂ ਲਿਸਨ ਹਿਸ ਸਟੋਰੀ ਐਂਡ ਆਈ ਐਮ ਰੈਡੀ ਟੂ ਲਿਸਨ ਇਟ, ਬਟ ਐਟ ਦ ਸੇਮ ਟਾਈਮ ਆਈ ਐਮ ਆਲਸੋ ਲਿਟਲ ਬਿਟ ਵਰੀਡ ਬਿਕੋਜ਼ ਆਈ ਐਮ ਨੋਟ familiar with your culture, with your whole actually rituals and everything. ਬੰਦੇ ਨੇ ਮੈਨੂੰ ਸਾਰੀ ਕਹਾਣੀ ਦੱਸਤੀ ਸਾਰਾ ਕੁਛ, ਅਤੇ ਮੈਨੂੰ ਲੱਗਾ ਬੜੀ ਹਾਰਸ਼ ਆ, ਬੜੀ ਵੱਡੀ ਆ ਕਿਸੇ ਤਰੀਕੇ ਨਾਲ। ਮੈਂ ਉਹਨੂੰ ਫਿਰ ਆਨਸਰ ਕੀ ਕਰਨਾ ਆ? ਮੈਨੂੰ ਉਹਦੇ ਲਈ ਹੈਲਪ ਚਾਹੀਦੀ ਹੈ। ਮੈਂ ਕਿਹਾ ਜੀ ਤੁਸੀਂ ਕਹਿੰਦੇ ਮੈਂ ਵੀ ਕਿਹਾ ਸੀਗਾ ਕਿ ਆਈ ਨੋ ਸਮ ਪ੍ਰੋਫੈਸ਼ਨਲਜ਼, ਆਈ ਕੈਨ ਕਾਲ ਦੈਮ ਐਂਡ ਦੇ ਕੈਨ ਹੀਅਰ ਯੂਰ ਸਟੋਰੀ। ਐਂਡ ਵੱਡੀ ਗੱਲ ਇਹ ਹੈਗੀ ਹੈ ਕਿ ਦੈਟ ਇੰਡੀਵਿਜੂਅਲ ਆਲਸੋ ਨੋ ਯੂ ਵੈਰੀ ਵੈਲ। ਮੈਂ ਕਿਹਾ ਅੱਛਾ ਹਾਂ। ਕਹਿੰਦੇ ਮੈਂ ਜ਼ਿਕਰ ਕੀਤਾ। ਉਹ ਕਹਿੰਦਾ ਮੈਨੂੰ ਪਤਾ, ਨੋ ਆਈ ਡੋਂਟ ਵਾਂਟ ਟੂ ਸੀ ਹਿਮ ਐਟ ਆਲ। ਸੋ ਹੁਣ ਇਹ ਜਿਹੜੀ ਹਾਲਤ ਆ ਇਹ ਦਿਸ ਰਹੀ ਹੈ ਹੁਣੇ ਕਿ ਬੰਦੇ ਦੇ ਜੀਵਨ ਦੇ ਜਿਹੜੇ ਦਾਗ ਨੇ, ਜਿਵੇਂ ਸਾਹਿਬ ਨੇ ਕਹਿੰਦੇ ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗ ਹੈ ਬੈਸਣ ਨਾ ਹੀ ਜਾਏ। ਉਹ ਤੇ ਹੁਣੇ ਹੀ ਦਿਸ ਰਿਹਾ ਆਪਣੇ ਆਪ ਨੂੰ ਕਿ ਜੇ ਮੈਂ ਸਪੋਜ਼ ਕਰੋ ਜੇ ਰੱਬ ਹੈ, ਰੱਬ ਦੀ ਸੀਟ ਤੇ ਮੈਂ ਬੈਠਾ ਹੋਵਾਂ ਤੇ ਮੈਨੂੰ ਰੱਬ ਕਹੇ ਵੀ ਓਕੇ ਤੂੰ ਨਿਰਣਾ ਕਰਨਾ ਹੈ, ਮੇਰੇ ਲਈ ਕਿੰਨਾ ਹਾਰਡ ਹੋਏਗਾ ਇਹੋ ਜਿਹੇ ਕਰਮ ਕੀਤੇ ਹੋਏ ਬੰਦੇ ਲਈ ਕੋਈ ਚੰਗਾ ਰਿਜ਼ਲਟ ਕੱਢਣਾ। ਕੌਨਸ਼ੀਅਸ ਇੱਥੇ ਕੰਮ ਕਰਦੀ ਹੈ, ਬਸ ਇਹੀ ਚੇਤਨਾ ਇੱਥੇ ਕੰਮ ਕਰ ਰਹੀ ਹੈ। ਹੁਣ ਇਸ ਹਾਲਤ ਦੇ ਵਿੱਚ ਬੰਦਾ ਜਦੋਂ ਹੈ ਉਹਦੇ ਲਈ ਤਾਂ ਬੜਾ ਹਾਰਡ ਹੋ ਜਾਏਗਾ। ਉਹ ਖੈਰ ਜਿਹੜੀ ਬਾਤ ਤੋਂ ਸਾਰੀ ਕਹੀ, ਮੈਂ ਉਹਨੂੰ ਕੁਛ ਆਪਣੇ ਤਰੀਕੇ ਦੇ ਨਾਲ ਕੁਛ ਟਿਪਸ ਵਗੈਰਾ ਦਿੱਤੇ। ਮੈਂ ਕਿਹਾ ਆਹ ਚੀਜ਼ਾਂ ਨੇ, ਸਪੋਜ਼ ਕਰੋ ਅਸੀਂ ਕੁਝ ਚੀਜ਼ਾਂ ਨੂੰ ਅਜ਼ਿਊਮ ਕਰਦੇ ਹਾਂ ਕਿ ਆਹ ਹੋਏਗੀ, ਆਹ ਹੋਏਗੀ, ਆਹ ਹੋਏਗੀ। ਇਸ ਸਿਨੈਰੀਓ ਦੇ ਵਿੱਚ ਇਫ ਆਈ ਐਮ ਦੇਅਰ ਹਾਊ ਆਈ ਐਮ ਗੋਇੰ ਐਕਚੁਅਲੀ ਆਨਸਰ। ਸੋ ਇਨ ਦੈਟ ਵੇ ਆਈ ਐਮ ਗਿਵਿੰਗ ਯੂ ਸਮ ਟ੍ਰੇਨਿੰਗ। ਸੋ ਇਸ ਰੂਪ ਵਿੱਚ ਬਾਤ ਹੋਈ। ਪਰ ਜਿਹੜੀ ਆਹ ਜਿਹੜੇ ਮਹਾਰਾਜ ਨੇ ਬਿਆਨ ਕੀਤਾ ਸਾਹਿਬ ਕਹਿੰਦੇ ਪਤ ਪਾਏ ਦਰਬਾਰ, ਮੈਂ ਗਰੰਟੀ ਕਰਦਾ ਤੈਨੂੰ ਮਾਲਕ ਦੇ ਦਰਬਾਰ ਦੇ ਵਿੱਚ ਇੱਜ਼ਤ ਮਿਲੇਗੀ, ਸਤਿਕਾਰ ਮਿਲੇਗਾ। ਤੇਰੀ ਕੌਨਸ਼ੀਅਸ ਤੈਨੂੰ ਕੁਰੇਦੇਗੀ ਨਹੀਂ। ਈਵਨ ਤੂੰ ਮਰਨ ਵਾਲੀ ਸ਼ਈਆ 'ਤੇ ਬੈਠਾ ਹੋਇਆ ਨਾ, ਉਦੋਂ ਵੀ ਤੇਰੇ ਅੰਦਰ ਇੱਕ ਸਕੂਨ ਹੋਏਗਾ ਕਿ ਯਸ ਜੀਵਨ ਸਫਲ ਕਰਕੇ ਚੱਲਣਾ ਆ। ਪਰ ਉਹਦੇ ਵਾਸਤੇ ਯੂ ਹੈਵ ਟੂ ਐਕਚੁਅਲੀ follow the path of your master. And here Maharaj is saying ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ।
ਸਤਿਗੁਰੂ ਦੇ ਸ਼ਬਦ ਦੇ ਭੈ ਵਿੱਚ ਰਹਿ। ਸਤਿਗੁਰੂ ਦੇ ਸ਼ਬਦ ਦੇ ਭੈ। ਦੇਖੋ ਇਹ ਵੀ ਚੀਜ਼ ਹੁੰਦੀ ਹੈ ਕਿ ਕੁਝ ਸਮਾਂ ਹੁੰਦਾ ਜਦੋਂ ਤੁਹਾਨੂੰ ਮਤਲਬ ਕੋਈ ਸਟਿਕ ਜਾਂ ਕੋਈ ਡੰਡਾ ਚਲਾਉਂਦਾ ਆ, ਬੱਚੇ ਨੂੰ ਥੋੜ੍ਹਾ ਡਰਾਉਂਦੇ ਹਾਂ, ਥੋੜ੍ਹਾ ਕੌਨਸੀਕੁਐਂਸਿਸ ਦਿੰਦੇ ਹਾਂ, ਡਿਸਿਪਲਿਨ ਕਰਦੇ ਹਾਂ। ਇਹਨਾਂ ਮੁਲਕਾਂ ਜਿੱਥੇ ਰਹਿ ਰਹੇ ਹਾਂ, ਇੱਥੇ ਕਿਹਾ ਜਾਂਦਾ ਹੈ ਕਿ ਵੀ ਆਰ ਲਿਵਿੰਗ ਅੰਡਰ ਇਨ ਨੈਚੁਰਲ ਡੈਮੋਕ੍ਰੇਸੀ, ਇੱਕ ਡੈਮੋਕ੍ਰੈਟਿਕ ਸਿਸਟਮ ਜਿਹੜਾ ਲੋਕਾਂ ਨੇ ਆਪ ਵਲੰਟੀਅਰ ਬੇਸ 'ਤੇ ਚੂਜ਼ ਕੀਤਾ ਆ, ਕਿਉਂਕਿ ਵੱਡੇ ਲੈਵਲ 'ਤੇ ਇਮੀਗ੍ਰੈਂਟ ਕਮਿਊਨਿਟੀ ਹੈ, ਆਪ ਪ੍ਰੋਪਰ ਫਾਰਮ ਭਰ ਕੇ ਸਾਰਾ ਕੁਝ ਭਰ ਕੇ ਚੂਜ਼ ਕਰਕੇ ਇੱਥੇ ਆਉਂਦੀ ਹੈ, ਇਸ ਸਿਸਟਮ ਨੂੰ ਪਸੰਦ ਕਰਦੀ ਹੈ। ਅਦਰਵਾਈਜ਼ ਇਹੋ ਜਿਹੇ ਖਿੱਤੇ ਮੁਲਕ ਵੀ ਹੈਗੇ ਨੇ ਜਿੱਥੇ ਲੋਕ ਨਹੀਂ ਰਹਿਣਾ ਚਾਹੁੰਦੇ, ਭੱਜਣਾ ਚਾਹੁੰਦੇ ਨੇ। ਉਹ ਸਿਰਫ ਇਸ ਕਰਕੇ ਨਹੀਂ ਕਿ ਜਸਟ ਉੱਥੇ ਉਹਨਾਂ ਕੋਲ ਆਰਥਿਕ ਤੰਗੀ ਹੈ, ਕੁਛ ਇਹੋ ਜਿਹੇ ਮੈਂ ਦੇਖੇ ਫਿਜੀ ਦੇ ਵਿੱਚ, ਕੈਰੇਬੀਅਨ ਵਿੱਚ, ਅਫਰੀਕਾ ਦੇ ਵਿੱਚ, ਪੀਪਲ ਹੂ ਆਰ ਵੈਲ ਆਫ ਓਵਰ ਦੇਅਰ, ਦੇ ਹੈਵ ਐਵਰੀਥਿੰਗ, ਬਟ what they don't like over there, that is their system, because ਉਹਨੂੰ ਲੱਗਦਾ ਕਿ ਨਹੀਂ ਇਹ ਜਿਹੜਾ ਹੈਗਾ ਇਹ ਤੇ ਸਾਰਾ ਇਹਦੇ 'ਚ ਅਸੀਂ ਨਹੀਂ ਰਹਿ ਸਕਦੇ, ਤਾਂ ਉੱਥੇ ਜਾਈਏ ਤੇ ਆਪ ਚੂਜ਼ ਕਰੀਏ। ਸੋ ਇਸ ਤਰੀਕੇ ਨਾਲ ਲੋਕ ਇੱਥੇ ਆਏ ਵਲੰਟੀਅਰ ਬੇਸਿਸ ਦੇ ਉੱਤੇ, ਜਾਂ ਇੱਥੇ ਲੋਕ ਰਹੇ, ਇਹੋ ਜਿਹਾ ਸਿਸਟਮ ਉਹਨਾਂ ਨੇ ਵੋਟਿੰਗ ਬੇਸ ਦੇ ਉੱਤੇ ਪੈਦਾ ਕੀਤਾ ਸਭ ਚੀਜ਼ਾਂ ਦੇ ਵਿੱਚ। ਪਰ ਇੱਥੇ ਵੀ ਤੁਸੀਂ ਦੇਖਦੇ ਹੈਗੇ ਹੋ ਕਿ ਅੱਜ ਪੁਲਿਸ ਨੂੰ ਡਿਫੰਡ ਕਰਨ ਦੀ ਗੱਲ ਹੋ ਰਹੀ ਹੈ, ਟ੍ਰੇਨਡ ਕਰਨ ਦੀ, ਰੀਟ੍ਰੇਨਡ ਕਰਨ ਦੀ, ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਸਭ ਦੇ ਨਾਲ। ਪਰ ਇਹਦੇ ਨਾਲ ਅੱਜ ਹੀ ਮੈਂ ਕਾਫੀ ਚੀਜ਼ਾਂ ਇਹਦੇ ਬਾਰੇ ਪੜ੍ਹੀਆਂ ਸੁਣੀਆਂ, ਅਤੇ ਉਹ ਗੱਲ ਹੋ ਰਹੀ ਸੀਗੀ ਕਿ ਨਹੀਂ ਸੁਸਾਇਟੀ ਅਜੇ ਉਸ ਲੈਵਲ 'ਤੇ ਨਹੀਂ ਪਹੁੰਚੀ ਜਿੱਥੇ ਡੰਡਾ ਲਾਮੇ ਕਰਦੀ ਹੈ। ਨੋ, ਇਹਦੇ ਬਾਬਤ ਤੁਸੀਂ ਰੀਸੈਂਟਲੀ ਦੇਖੋ, ਲੂਟਿੰਗਸ ਵਰ ਹੈਪਨਿੰਗ ਇਨ ਸਟੇਟਸ, ਈਵਨ ਦੋ ਦੇ ਵਰ ਡੈਮੋਸਟ੍ਰੇਟਿੰਗ, ਦੇ ਵਰ ਡੂਇੰਗ ਸਮ ਅਦਰ ਸਟਫ, ਪਰ ਤੇ ਜਿਹੜਾ ਇੱਕ ਪਾਸੇ ਉਹ ਉਹੋ ਜਿਹਾ ਤਬਕਾ ਵੀ ਹੈ, ਅਤੇ ਉਹ ਇਹ ਨਹੀਂ ਕਿਸੇ ਖਾਸ ਇੱਕ ਗਰੁੱਪ ਦੇ ਵਿੱਚ, ਹਰ ਜਗ੍ਹਾ 'ਤੇ ਮੌਜੂਦ ਆ। ਤੁਸੀਂ ਇੰਗਲੈਂਡ ਦੇ ਵਿੱਚ ਕੁਝ ਸਾਲ ਪਹਿਲਾਂ ਬੜੇ ਮਤਲਬ ਰਾਈਟਸ ਦੇਖੇ ਸੀਗੇ, ਹਾਲਾਂਕਿ ਰਾਈਟਸ ਤਾਂ ਨਹੀਂ ਕਿਹਾ ਜਾ ਸਕਦਾ, ਇਹਨੂੰ ਵੀ ਲੂਟ ਹੀ ਕਹੋ ਕਿਸ ਤਰ੍ਹਾਂ ਦੇ ਨਾਲ। ਲੂਟਿੰਗਸ ਵਰ ਹੈਪਨਿੰਗ ਆਲ ਓਵਰ ਦ ਸਟਰੀਟਸ ਐਂਡ ਬੜੀ ਮੈਸਿਵ ਸਿਚੁਏਸ਼ਨ ਬਣ ਗਈ। ਸੋ ਇਹ ਜਿਹੜਾ ਇਹ ਸਾਰੇ ਦੇ ਪਿੱਛੇ ਕੰਮ ਕੀ ਕਰਦਾ ਹੈ? ਭੈ, ਡਰ, ਥੋੜ੍ਹਾ ਬਹੁਤਾ ਭੈ, ਥੋੜ੍ਹਾ ਬਹੁਤਾ ਡਰ। ਅਤੇ ਫਿਰ ਇਹ ਡਰ ਸਿਰਫ ਬਹਿਰੂਨੀ ਤੌਰ 'ਤੇ ਨਹੀਂ ਹੁੰਦਾ, ਵੱਡੇ ਲੈਵਲ 'ਤੇ ਜ਼ਹਿਨੀ ਤੌਰ 'ਤੇ ਹੁੰਦਾ ਹੈ। ਪਰਿਵਾਰਾਂ ਦੇ ਵਿੱਚ ਵੀ ਵੈਲਿਊ ਬੇਸਡ ਡਿਸਿਪਲਿਨ ਅਡੋਪਟ ਕੀਤੇ ਜਾਂਦੇ ਨੇ ਕਈ ਵਾਰੀ। ਪਰਿਵਾਰਾਂ 'ਚ ਪਿਆਰ, ਸਨੇਹ, ਇਹੋ ਜਿਹੇ ਪਰਕਸ, ਇਹੋ ਜਿਹੀਆਂ ਪ੍ਰਿਵਿਲੇਜਿਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਫਿਰ ਇੰਡੀਵਿਜੂਅਲ ਇੱਕ ਲੈਵਲ 'ਤੇ ਹੁੰਦਾ, ਉਹਨੂੰ ਲੱਗਦਾ ਵੀ ਓਕੇ, ਜੇ ਮੈਂ ਆਹ ਪਾਥ ਫੋਲੋ ਨਹੀਂ ਕਰਾਂਗਾ, ਆਈ ਵੋਂਟ ਬੀ ਏਬਲ ਟੂ ਗੈਟ ਐਕਸੈਸ ਟੂਵਰਡ these privileges. So if I really want to enjoy these perks, I have to follow the discipline of family. That means ਇੱਕ ਭੈ ਕੰਮ ਕਰਨ ਲੱਗ ਗਿਆ ਵਿੱਚ ਉਹਦੇ। ਐਗਜ਼ੈਕਟਲੀ ਇਹੋ ਚੀਜ਼ ਆ ਜਿਹੜੀ ਮੈਂ ਬਾਤ ਕੀਤੀ, ਸੋਫੋਕੇਸ਼ਨ ਤੋਂ ਲੈ ਕੇ ਐਨਗਜ਼ਾਇਟੀ ਤੱਕ, ਡਿਪਰੈਸ਼ਨ ਤੱਕ, ਐਂਡ ਦੇयर so many other things. They are real. They are not just actually someone is making it. No. ਸਾਡੇ ਕੋਲ ਕੈਨੇਡੀਅਨ ਡਾਟਾ ਇਹ ਕਹਿ ਰਿਹਾ ਆ, ਹਰ ਇੱਕ 5ਵਾਂ ਕੈਨੇਡੀਅਨ ਬਿਮਾਰ ਹੈ ਇੱਥੇ। 20% ਪਾਪੂਲੇਸ਼ਨ ਐਕਚੁਅਲੀ ਆਰ ਗੋਇੰਗ ਥਰੂ ਵਿਦ ਦ ਮੈਂਟਲ ਹੈਲਥ ਇਸ਼ੂਜ਼। ਕਿਹਦਾ ਡਰ ਨਹੀਂ ਹੈਗਾ, ਮੈਂ ਠੀਕ ਠਾਕ ਬੈਠਾ, ਕੱਲ੍ਹ ਨੂੰ ਮੇਰੇ ਅੰਦਰ ਪਤਾ ਨਹੀਂ ਕੀ ਹੋ ਜਾਣਾ, ਕਿਸੇ ਇੰਡੀਵਿਜੂਅਲ ਦੇ ਅੰਦਰ। ਇਹਨੂੰ ਕਾਊਂਟਰ ਕਿਵੇਂ ਕਰਾਂਗੇ? ਬਚਾਂਗੇ ਕਿਵੇਂ ਇਹਦੇ ਤੋਂ? ਇੱਥੇ ਸਾਹਿਬ ਨੇ ਕਿਹਾ, ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ, ਗੁਰੂ ਦੇ ਭੈ 'ਚ ਰਿਹਾ ਕਰ। ਸਪਿਰਿਚੁਅਲਿਟੀ, ਅਧਿਆਤਮੀ ਤਲ 'ਤੇ ਜ਼ਮੀਰ ਫਰੋਸ਼ ਨਾ ਹੋਈ, ਜ਼ਮੀਰ ਪ੍ਰਸਤ ਹੋ ਜਾਏ। ਸੁਣੀ ਆਪਣੇ ਦਿਲ ਦੀ ਆਵਾਜ਼, ਤੇ ਦਿਲ ਦੀ ਆਵਾਜ਼ ਨੂੰ ਹੋਰ ਡਾਢਿਆਂ ਕਰੀ, ਪੱਕਿਆਂ ਕਰੀ, ਪੀੜਿਆਂ ਕਰੀ। ਬਿਲੀਵ ਸਿਸਟਮ ਅਡੋਪਟ ਕਰੀ ਜਿਹੜਾ ਤੈਨੂੰ ਵਾਰ-ਵਾਰ ਅੰਦਰੋਂ ਪਿਓਰੀਫਾਈ ਕਰੇ। ਬਸ ਸਮਝੀਏ ਇਸ ਚੀਜ਼ ਨਾਲ ਤੇਰਾ ਬਚਾਅ ਹੋਏਗਾ। ਜਿਹੜਾ ਰੈਸਟ ਆਫ ਸ਼ਬਦ ਆ, ਇਹਦੀ ਫਰਦਰ ਐਕਸਟੈਂਸ਼ਨ ਹੈ, ਜਿਹਦੇ 'ਚ ਗੁਰੂ ਮਹਾਰਾਜ ਨੇ ਸਾਰਾ ਮੈਸੇਜ ਸਾਨੂੰ ਡਿਲੀਵਰ ਕੀਤਾ ਆ। ਅੱਜ ਸਮੇਂ ਨੇ ਆਪਣਾ ਪੰਧ ਮੁਕਾ ਦਿੱਤਾ ਹੈ। ਇੱਥੇ ਬਾਤ ਮੈਂ ਸਮੇਟਦਾ ਹਾਂ, ਭੁੱਲਾਂ ਗਲਤੀਆਂ ਨਾ ਚਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ